ਸਾਹਿਬ ਮਹਾਰਾਜ ਜੀ ਕੁਰੂਕਸ਼ੇਤਰ ਦੇ ਇਲਾਕੇ ਦੇ ਵਿੱਚ ਇੱਥੋਂ ਦੇ ਜੋ ਪੰਡਿਤ ਲੋਕ ਸੰਨਿਆਸੀ ਲੋਕ ਹਨ, ਜਿਨ੍ਹਾਂ ਨੇ ਲੋਕਾਂ ਦੇ ਮਨ ਦੇ ਵਿੱਚ ਡਰ ਬਿਠਾਇਆ ਹੈ ਕਿ ਸੂਰਜ ਗ੍ਰਹਿਣ ਜਿਸ ਦਿਨ ਲੱਗਣਾ ਉਸ ਦਿਨ ਤੁਸੀਂ ਇਸ਼ਨਾਨ ਕਰਨਾ ਔਰ ਸਾਡੇ ਦੱਸੇ ਹੋਏ ਮੁਤਾਬਕ ਦੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਆਖਾਂਗੇ ਉਸ ਮੁਤਾਬਕ ਦਾਨ ਕਰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਹਨਾਂ ਦੇ ਨਾਲ ਚਰਚਾ ਹੋ ਰਹੀ ਹੈ, ਵਾਰਤਾਲਾਪ ਹੋ ਰਹੀ ਹੈ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਤੁਹਾਡਾ ਗਿਆਨ ਅਧੂਰਾ ਹੈ, ਇਸ ਲਈ ਅਧੂਰੇ ਗਿਆਨ ਕਰਕੇ ਤੁਸੀਂ ਹੰਕਾਰ ਦੇ ਨਾਲ ਭਰੇ ਹੋ। ਔਰ ਜਿੱਥੇ ਅਧੂਰਾ ਗਿਆਨ ਹੋਏਗਾ ਉੱਥੇ ਭਰਮ ਹੈ, ਉੱਥੇ ਭਟਕਣਾ ਹੈ। ਜਿੱਥੇ ਪੂਰਾ ਗਿਆਨ ਆ ਗਿਆ ਉੱਥੇ ਕੋਈ ਭਰਮ ਨਹੀਂ, ਕੋਈ ਭਟਕਣਾ ਨਹੀਂ। ਇਸ ਲਈ ਸਾਨੂੰ ਜਿਹੜਾ ਗੁਰਬਾਣੀ ਵਿੱਚੋਂ ਗਿਆਨ ਦਿੱਤਾ ਹੈ ਉਹ ਪ੍ਰਚੰਡ ਅਗਨੀ ਵਾਲਾ ਗਿਆਨ ਹੈ, ਭਾਵ ਇੰਨਾ ਤੇਜ਼ ਚਾਨਣ ਪ੍ਰਕਾਸ਼ ਜਿੱਥੇ ਕੁਝ ਵੀ ਧੁੰਦਲਾ ਦਿਖਾਈ ਨਹੀਂ ਦਿੰਦਾ, ਜਿੱਥੇ ਕੁਝ ਵੀ ਤੁਹਾਡੇ ਕੋਲੋਂ ਲੁਕਿਆ ਛੁਪਿਆ ਨਹੀਂ ਰਹੇਗਾ। ਐਸਾ ਸਾਨੂੰ ਗਿਆਨ ਖੰਡਮੈ ਗਿਆਨ ਪ੍ਰਚੰਡ ਦਿੱਤਾ ਮਾਲਕ ਨੇ। ਉਹ ਵੱਖਰੀ ਗੱਲ ਕਿ ਅਸੀਂ ਗੁਰਬਾਣੀ ਚੋਂ ਉਹ ਗਿਆਨ ਨਹੀਂ ਲੈ ਪਾ ਰਹੇ। ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕਰਕੇ ਸਮਝਾਇਆ, ਫਿਰ ਮਹਾਰਾਜ ਨੇ ਦੂਸਰਾ ਸ਼ਬਦ ਜੋ ਸ਼ਲੋਕ ਦੇ ਰੂਪ ਵਿੱਚ ਹੈ ਉਹ ਉਚਾਰਨ ਕਰਕੇ ਮਹਾਰਾਜ ਜੀ ਸਮਝਾਉਂਦੇ ਨੇ। ਜੋ ਅੱਜ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਨ ਕਰਕੇ ਸਮਝਾਉਣਾ ਹੈ, ਇਹਦੇ ਵਿੱਚੋਂ ਆਪਾਂ ਵੀ ਸਮਝਣ ਦਾ ਯਤਨ ਕਰਨਾ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਮਹਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਮਹਾਰਾਜ ਜੀ ਕਹਿੰਦੇ ਗਿਆਨ ਧਿਆਨ ਨਹੀਂ ਜਾਣੇ। ਗਿਆਨ ਨਾ ਹੋਣ ਕਰਕੇ ਧਿਆਨ ਕਿਸ ਤਰ੍ਹਾਂ ਲੱਗਦਾ ਹੈ ਨਹੀਂ ਜਾਣਦੇ। ਹਰ ਇੱਕ ਵਿਦਵਾਨ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਇਹਦੇ ਅਰਥ ਕੀਤੇ ਨੇ। ਜਿੰਨੇ ਵੀ ਸਾਨੂੰ ਗੁਰਬਾਣੀ ਦੇ ਅਰਥਾਂ ਦੀਆਂ ਪੋਥੀਆਂ ਮਿਲਣਗੀਆਂ ਉਹਨਾਂ ਵਿੱਚ ਹਰ ਇੱਕ ਨੇ ਆਪਣੀ ਵਿਦਵਤਾ ਦੇ ਨਾਲ ਇਹਦੇ ਅਰਥ ਕੀਤੇ ਆ। ਅਰਥ ਹੋਣੇ ਚਾਹੀਦੇ ਆ, ਅਨਰਥ ਨਹੀਂ ਹੋਣਾ ਚਾਹੀਦਾ। ਇਹ ਅਥਾਹ ਸਾਗਰ ਹੈ, ਜਿਹਨੂੰ ਜਿੰਨੀ ਸਮਝ ਆਈ ਉਹਨੇ ਉਨਾ ਹੀ ਵਿਖਿਆਨ ਕੀਤਾ ਹੈ। ਸਾਰੇ ਹੀ ਸਹੀ ਨੇ, ਜਿਹਨੂੰ ਜਿੰਨਾ ਸਮਝ ਆ ਗਿਆ ਉਹਨੇ ਉਨਾ ਗਿਆਨ ਲੈ ਕੇ ਦੁਨੀਆ ਨੂੰ ਵੰਡਿਆ ਹੈ। ਹੁਣ ਅਕਸਰ ਗੱਲ ਜਦੋਂ ਮਾਸ ਦੀ ਆਉਂਦੀ ਹੈ ਤੇ ਸਾਡਾ ਧਿਆਨ ਖਾਣ ਵਾਲੇ ਮਾਸ ਵੱਲ ਚਲਾ ਜਾਂਦਾ ਹੈ ਕਿ ਗੱਲ ਤਾਂ ਮਾਸ ਦੀ ਹੈ ਤੇ ਝਗੜਾ ਸਾਡਾ ਕਾਹਦਾ ਹੈ, ਖਾਣ ਦਾ ਹੀ ਨਾ ਖਾਣ ਦਾ ਹੀ। ਅੱਜ ਜਿਹੜੇ ਤਾਂ ਖਾਂਦੇ ਆ ਉਹ ਕਹਿੰਦੇ ਜੀ ਜਿਹੜੇ ਨਹੀਂ ਖਾਣ ਵਾਲੇ ਨੇ ਇਹ ਝੂਠ ਬੋਲਦੇ ਆ, ਤੇ ਜਿਹੜੇ ਨਹੀਂ ਖਾਣ ਵਾਲੇ ਨੇ ਉਹ ਖਾਣ ਵਾਲਿਆਂ ਨੂੰ ਗਲਤ ਸਾਬਤ ਜਿਹੜਾ ਉਹ ਕਰਦੇ। ਇਹੀ ਝਗੜਾ ਸਾਡਾ ਅੱਜ ਚੱਲ ਰਿਹਾ। ਇੱਕ ਕਹਿੰਦਾ ਨਹੀਂ ਖਾਣਾ ਚਾਹੀਦਾ, ਇੱਕ ਕਹਿੰਦਾ ਖਾਣਾ ਚਾਹੀਦਾ ਹੈ। ਪਰ ਅਸੀਂ ਇੱਥੇ ਮਾਸ ਦੀ ਵਿਚਾਰ ਨੂੰ ਸਮਝ ਕੇ ਚੱਲਣਾ ਹੈ। ਇਸ ਤੋਂ ਪਹਿਲਾਂ ਸ਼ਬਦ ਨੇ ਕਲੀਅਰ ਕਰ ਦਿੱਤਾ ਹੈ ਕਿ ਇਸ ਮਾਸ ਦੇ ਟੁਕੜੇ ਤੋਂ ਹੀ ਮਾਸ ਦਾ ਟੁਕੜਾ ਪੈਦਾ। ਇਹਨੂੰ ਵੀ ਤੇ ਮਾਸ ਹੀ ਕਹਿੰਦੇ ਆਪਾਂ, ਜ਼ਰੂਰੀ ਨਹੀਂ ਹੁੰਦਾ ਖਾਣ ਵਾਲੇ ਨੂੰ ਹੀ ਮਾਸ ਕਹਿੰਦੇ। ਆ ਵੀ ਮਾਸ, ਅਸੀਂ ਵੀ ਤੇ ਮਾਸ ਦੇ ਹੀ ਬਣੇ ਹੋਏ ਹਾਂ। ਮਾਸ ਦੇ ਟੁਕੜੇ ਤੋਂ ਮਾਸ ਦਾ ਟੁਕੜਾ ਪੈਦਾ ਹੋਇਆ, ਵੱਡਾ ਹੋਇਆ, ਵਿਆਹਿਆ, ਘਰ ਲੈ ਆਇਆ। ਮਾਸ ਵੱਡਾ ਹੋਇਆ ਤੇ ਘਰ ਵਿਆਹਿਆ, ਤੇ ਵਿਆਹ ਕੇ ਕੀ ਲੈ ਆਇਆ? ਮਾਸ ਦਾ ਟੁਕੜਾ ਹੀ ਲੈ ਕੇ ਆਇਆ। ਇਹ ਖੇਡ ਇਸੇ ਤਰ੍ਹਾਂ ਹੀ ਚੱਲ ਰਹੀ ਹੈ, ਪਰ ਸਾਡੀ ਸੁਰਤ ਅਟਕ ਜਾਂਦੀ ਹੈ ਖਾਣ ਨਾ ਖਾਣ ਵਾਲੇ ਪਾਸੇ। ਇਸ ਲਈ ਮਹਾਰਾਜ ਨੇ ਕਿਹਾ ਗਿਆਨ ਧਿਆਨ ਨਹੀਂ ਜਾਣੇ। ਉਹ ਗਿਆਨ ਹੀ ਨਹੀਂ ਹੈ ਜਿਹਦੇ ਨਾਲ ਧਿਆਨ ਕਿਸ ਤਰ੍ਹਾਂ ਉਸ ਮਾਲਕ ਦਾ ਧਰਨਾ ਹੈ, ਨਹੀਂ ਜਾਣਦੇ। ਨਾ ਜਾਣਨ ਕਰਕੇ ਕੀ ਹੋਇਆ? ਮਾਸ ਮਾਸ ਕਰ ਮੂਰਖ ਝਗੜੇ। ਹੁਣ ਪਹਿਲਾਂ ਉਹਦੇ ਅਰਥ ਕਰਾਂਗੇ, ਆਹ ਗੱਲ ਕਲੀਅਰ ਹੋ ਜਾਣੀ ਆ। ਮਾਸ ਦਾ ਅਰਥ ਆ ਹੱਡ ਚੰਮ ਦਾ ਬਣਿਆ ਹੋਇਆ ਸਰੀਰ ਜਿਹੜਾ ਹੈ, ਇਹ ਮੂਰਖ ਬਣ ਕੇ ਝਗੜ ਰਿਹਾ ਹੈ। ਗਿਆਨ ਅਧੂਰਾ ਹੋਣ ਕਰਕੇ ਧਿਆਨ ਨਹੀਂ ਲੱਗ ਰਿਹਾ, ਧਿਆਨ ਉਸ ਪਾਸੇ ਨਹੀਂ ਜਾ ਰਿਹਾ, ਇਸ ਲਈ ਝਗੜਾ ਹੋ ਰਿਹਾ ਹੈ, ਆਪਸ ਵਿੱਚ ਝਗੜ ਰਹੇ ਆ। ਜੇ ਇਹ ਸਾਡਾ ਸਰੀਰ ਵੀ ਮਾਸ ਹੈ ਤੇ ਅੱਜ ਵੇਖੋ ਮਾਸ ਮਾਸ ਨਾਲ ਹੀ ਲੜ ਰਿਹਾ। ਅੱਜ ਦੇਖ ਰਹੇ ਹਾਂ ਇੱਕ ਮੁਲਕ ਦੂਸਰੇ, ਬਹੁਤੀ ਦੂਰ ਨਾ ਜਾਈਏ, ਹੁਣ ਜਿਹੜੀ ਲੜਾਈ ਲੜੀ ਆ ਤੇ ਮਾਸ ਮਾਸ ਹੀ ਝਗੜ ਰਹੇ ਨੇ ਆਪਸ। ਮਿੱਤਰ ਮਿੱਤਰ ਆਪਸ ਵਿੱਚ ਲੜਦੇ ਨੇ, ਭਰਾ ਭਰਾ ਆਪਸ ਵਿੱਚ ਝਗੜਦੇ ਨੇ। ਸਮਾਜਿਕ ਤਲ ਵੇਖ ਲਓ, ਰਾਜਨੀਤਿਕ ਤਲ ਵੇਖ ਲਓ, ਧਾਰਮਿਕ ਤਲ ਵੇਖ ਲਓ, ਵਪਾਰਕ ਤਲ ਵੇਖ ਲਓ, ਆਪਸ ਵਿੱਚ ਝਗੜ ਹੀ ਰਹੇ ਹਾਂ ਅਸੀਂ। ਉਹ ਝਗੜਾ ਕਿਉਂ ਹੈ? ਕਿਉਂਕਿ ਮੂਰਖ ਹਾਂ। ਮੂਰਖ ਕੀ ਹੁੰਦਾ ਹੈ? ਜੋ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਮੰਨ ਕੇ ਚੱਲੇ। ਮੂਰਖ ਕੌਣ ਹੈ? ਜਿਸ ਤਰ੍ਹਾਂ ਹੈ ਉਸ ਤਰ੍ਹਾਂ ਮੰਨਣਾ ਨਹੀਂ, ਤੇ ਜਿੱਦਾਂ ਮੰਨ ਰਹੇ ਹਾਂ ਉੱਦਾਂ ਹੈ ਨਹੀਂ। ਜੈਸਾ ਮੰਨੀਏ ਹੋਏ ਨਾ ਤੈਸਾ। ਇਸ ਲਈ ਕਹਿੰਦੇ ਨੇ ਮੂਰਖ ਗਿਆਨ ਦੀ ਗੱਲ ਤਾਂ ਕਰਦੇ ਨੇ ਪਰ ਧਿਆਨ ਨਹੀਂ ਜਾਣੇ, ਧਿਆਨ ਬਾਰੇ ਜਾਣਦੇ ਹੀ ਨਹੀਂ। ਨਹੀਂ ਜਾਣਦੇ ਤਾਂ ਹੀ ਸੰਸਾਰ ਵਿੱਚ ਬੜੇ ਤਰ੍ਹਾਂ ਦੇ ਅਡੰਬਰ ਰਚ ਲਏ ਕਿ ਧਿਆਨ ਇਸ ਤਰ੍ਹਾਂ ਲਾਉਣਾ ਚਾਹੀਦਾ ਹੈ, ਧਿਆਨ ਇਸ ਤਰ੍ਹਾਂ ਲਾਉਣਾ ਚਾਹੀਦਾ ਹੈ। ਕੋਈ ਕਹਿੰਦਾ ਪੁੱਠਾ ਲਟਕ ਕੇ ਧਿਆਨ ਲਾਉਣਾ ਚਾਹੀਦਾ ਹੈ। ਪਰ ਇੱਕ ਗੱਲ ਗੁਰਮਤ ਵਿੱਚ ਸਮਝ ਕੇ ਚੱਲਿਓ, ਮਹਾਰਾਜ ਕਹਿੰਦੇ ਧਿਆਨ ਪਹਿਲਾਂ ਲੱਗਣਾ ਹੀ ਨਹੀਂ ਹੈ। ਦੁਨੀਆ ਕਹਿੰਦੀ ਧਿਆਨ ਲਾਓ ਗਿਆਨ ਆਏਗਾ, ਪਰ ਮਹਾਰਾਜ ਕਹਿੰਦੇ ਗਿਆਨ ਲਾਓ ਫਿਰ ਧਿਆਨ ਲੱਗੇਗਾ। ਇਹ ਪੰਕਤੀ ਨੂੰ ਸਮਝ ਕੇ ਚੱਲਣਾ। ਸਾਨੂੰ ਆਖਿਆ ਵੀ ਪੁੱਠੇ ਲਟਕ ਜਾਓ ਤਾਂ ਤੁਹਾਡਾ ਧਿਆਨ ਟਿਕੇਗਾ ਤੇ ਤੁਹਾਨੂੰ ਗਿਆਨ ਸੋਝੀ ਹੋਏਗੀ। ਭੁੱਖੇ ਰਹਿ ਕੇ ਵਰਤ ਰੱਖ ਲਓ, ਤੁਹਾਡਾ ਧਿਆਨ ਟਿਕੇਗਾ ਤੇ ਤੁਹਾਨੂੰ ਗਿਆਨ ਆਏਗਾ। ਤੁਸੀਂ ਪਹਾੜ ਦੀ ਚੋਟੀ ਤੇ ਚਲੇ ਜਾਓ, ਆਹ ਕਰਮ ਉਹ ਕਰਮ ਕਰ ਲਓ, ਅਨੰਤ ਕਰਮ ਕਰ ਲਓ, ਤੁਹਾਡਾ ਧਿਆਨ ਟਿਕੇਗਾ ਤੇ ਗਿਆਨ। ਪਰ ਮਹਾਰਾਜ ਕਹਿੰਦੇ ਨਹੀਂ, ਗਿਆਨ ਆਏਗਾ ਤਾਂ ਹੀ ਧਿਆਨ ਟਿਕਣਾ ਹੈ। ਜੇ ਗਿਆਨ ਹੀ ਨਹੀਂ ਹੈ ਤੇ ਧਿਆਨ ਕਿੱਥੋਂ ਟਿਕੇਗਾ? ਗਿਆਨ ਦਾ ਮਤਲਬ ਹੈ ਸੋਝੀ ਸਮਝ। ਜੇ ਸਮਝ ਹੀ ਨਹੀਂ ਸਾਨੂੰ ਤੇ ਅਸੀਂ ਧਿਆਨ ਕਿੱਥੋਂ ਟਿਕਾਵਾਂਗੇ? ਅਸੀਂ ਧਿਆਨ ਵਿੱਚ ਕਿਵੇਂ ਲਿਆਵਾਂਗੇ ਆਪਣੇ, ਜੇ ਸਾਨੂੰ ਉਹਦਾ ਗਿਆਨ ਹੀ ਨਹੀਂ ਹੈ? ਜਿਹੜੀ ਚੀਜ਼ ਦਾ ਸਾਨੂੰ ਗਿਆਨ ਨਹੀਂ ਉਹ ਸਾਡੇ ਧਿਆਨ ਵਿੱਚ ਵੀ ਨਹੀਂ ਹੈ। ਜਿਹੜੀ ਚੀਜ਼ ਸਾਡੇ ਧਿਆਨ ਵਿੱਚ ਹੈ ਉਹਦਾ ਗਿਆਨ ਵੀ ਹੈ, ਗਿਆਨ ਤੋਂ ਬਿਨਾਂ ਤੇ ਧਿਆਨ ਵੀ ਨਹੀਂ ਹੈ। ਅੱਜ ਸਾਡਾ ਜ਼ੋਰ ਲੱਗਾ ਪਿਆ ਧਿਆਨ ਟਿਕਾਉਣ ਤੇ, ਧਿਆਨ ਲਾਉਣ ਤੇ, ਇਹ ਸਾਡਾ ਧਿਆਨ ਲੱਗ ਜਾਏ, ਪਰ ਸਾਨੂੰ ਸੋਝੀ ਨਹੀਂ। ਅਰਦਾਸ ਵਿੱਚ ਬਾਰ-ਬਾਰ ਕਹਿੰਦੇ ਆ ਧਿਆਨ ਧਰ ਕੇ ਬੋਲੋ ਜੀ। ਪਰ ਜੇ ਅਰਦਾਸ ਦੀ ਸੋਝੀ ਹੈ ਵੀ ਮੈਂ ਅਰਦਾਸ ਕਰ ਰਿਹਾ, ਮੈਂ ਅਰਦਾਸ ਵਿੱਚ ਖਲੋਤਾ ਹੋਇਆ, ਜੇ ਇਹ ਗਿਆਨ ਹੈ ਤੇ ਧਿਆਨ ਕਿਉਂ ਨਹੀਂ ਲੱਗੇਗਾ? ਤੇ ਜੇ ਸਾਨੂੰ ਗਿਆਨ ਹੀ ਨਹੀਂ ਵੀ ਮੈਂ ਅਰਦਾਸ ਵਿੱਚ ਖਲੋਤਾ, ਇਹ ਅਰਦਾਸ ਹੋ ਰਹੀ ਹੈ ਤੇ ਫਿਰ ਧਿਆਨ ਨਹੀਂ ਲੱਗੇਗਾ। ਇਸ ਲਈ ਜੋ ਸਾਡੇ ਧਿਆਨ ਦੇ ਵਿੱਚ ਹੈ ਇਹਦਾ ਮਤਲਬ ਉਹਦਾ ਪਹਿਲਾਂ ਮੈਨੂੰ ਗਿਆਨ ਹੈ ਤਾਂ ਹੀ ਉਹ ਤਾਂ ਮੇਰੇ ਧਿਆਨ ਵਿੱਚ ਹੈ ਨਾ। ਸਾਹਿਬ ਜੀ ਕਹਿੰਦੇ ਆ ਦੇਖੋ ਮੂਰਖ ਆਪਸ ਵਿੱਚ ਹੀ ਗਿਆਨ ਦੀਆਂ ਗੱਲਾਂ ਕਰ ਕਰਕੇ ਉਲਝ ਰਹੇ ਨੇ, ਆਪਸ ਵਿੱਚ ਹੀ ਟਕਰਾ ਰਹੇ ਨੇ। ਅੱਜ ਵੀ ਦੇਖੋ ਇਹ ਸਾਡਾ ਦੁਖਾਂਤ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਸਮਝ ਪਾ ਰਹੇ ਹਾਂ। ਉਹ ਗਿਆਨ ਜਿੰਨਾ ਮਿਲਿਆ ਅਸੀਂ ਆਪਸ ਵਿੱਚ ਹੀ ਉਲਝ ਗਏ, ਆਪਸ ਵਿੱਚ ਹੀ ਟਕਰਾ ਰਹੇ ਹਾਂ। ਅਸੀਂ ਹਜੇ ਆਪ ਇੱਕ ਨਹੀਂ ਹੋ ਪਾ ਰਹੇ ਹਾਂ, ਸਾਡੀ ਗੁਰਬਾਣੀ ਦਾ ਉਚਾਰਨ ਇੱਕ ਨਹੀਂ ਹੋ ਪਾ ਰਿਹਾ।
ਦੁਬਦਾ ਵਿੱਚ ਅਸੀਂ ਚੱਲ ਰਹੇ ਹਾਂ। ਅੱਧੇ ਕਹਿੰਦੇ ਆ ਵੀ ਉਚਾਰਨ ਇਦਾਂ ਹੈ, ਅੱਧੇ ਕਹਿੰਦੇ ਆ ਇਦਾਂ ਹੈ, ਜਦ ਕਿ ਸਾਨੂੰ ਬੈਠ ਕੇ ਫੈਸਲਾ ਕਰ ਲੈਣਾ ਚਾਹੀਦਾ ਹੈ ਵੀ ਇੱਕ ਉਚਾਰਨ ਆਪਾਂ ਰੱਖੀਏ ਕਿਹੜਾ, ਤਾਂ ਕਿ ਸੰਗਤ ਕਿਸੇ ਭਰਮ 'ਚ ਨਾ ਪਵੇ, ਸੰਗਤ ਪਰੇਸ਼ਾਨ ਨਾ ਹੋਵੇ ਵੀ ਇੱਕ ਤੋਂ ਸੁਣਿਆ ਉਹਨੇ ਇਦਾਂ ਉਚਾਰਨ ਕੀਤਾ, ਦੂਜੇ ਤੋਂ ਸੁਣਿਆ ਉਹਨੇ ਇਦਾਂ ਉਚਾਰਨ ਕੀਤਾ, ਹੁਣ ਸੰਗਤ ਕਹਿੰਦੀ ਅਸੀਂ ਕਿੱਥੇ ਜਾਈਏ, ਅਸੀਂ ਕਿਹੜੇ ਪਾਸੇ ਜਾਈਏ। ਇੱਕ ਨੇ ਆਖਿਆ ਵੀ ਗੁਰਬਾਣੀ ਦੀ ਵਿਚਾਰ ਇਹ ਕਹਿੰਦੇ ਆ, ਦੂਜੇ ਨੇ ਆਖਿਆ ਇਹ ਕਹਿੰਦੇ ਆ, ਸੰਗਤ ਪਰੇਸ਼ਾਨ ਹੋ ਗਈ, ਉਹ ਕਹਿੰਦੇ ਅਸੀਂ ਕਿਹਦੇ ਮਗਰ ਲੱਗੀਏ। ਇਸ ਲਈ ਅਸੀਂ ਆਪਸ ਵਿੱਚ ਹੀ ਉਲਝ ਰਹੇ ਹਾਂ, ਸਾਡਾ ਆਪਣਾ ਨਹੀਂ ਹਜੇ ਧਿਆਨ ਲੱਗ ਪਾ ਰਿਹਾ, ਅਸੀਂ ਦੂਜਿਆਂ ਦਾ ਕਿੱਥੋਂ ਲਗਾਵਾਂਗੇ। ਕਿਉਂ ਨਹੀਂ ਲੱਗਿਆ? ਕਿਉਂਕਿ ਹਜੇ ਸਾਨੂੰ ਨਹੀਂ ਗਿਆਨ ਹੋਇਆ। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਜਿੰਨੇ ਸੰਨਿਆਸੀ ਪੰਡਤ ਲੋਕ ਆ ਕੇ ਬੈਠੇ ਹੋ, ਆਪਸ ਵਿੱਚ ਹੀ ਤੁਸੀਂ ਉਲਝ ਰਹੇ ਹੋ, ਝਗੜ ਰਹੇ ਹੋ। ਗੱਲ ਆਹ ਵਾਲੀ ਮਾਸ ਨਹੀਂ ਸੀ, ਅਸੀਂ ਗੱਲ ਹੋਰ ਲੈ ਕੇ ਬੈਠੇ ਹਾਂ। ਜਿਹੜੇ ਮੁੱਦੇ ਤੇ ਝਗੜਨਾ ਸੀ ਉਹਦੇ ਤੇ ਝਗੜੋ, ਤੁਸੀਂ ਤਾਂ ਹੋਰ ਜਿਹੜੀਆਂ ਗੱਲਾਂ ਲੈ ਕੇ ਬੈਠ ਗਏ। ਪਾਣੀ ਵਿੱਚ ਮਧਾਣੀ ਜਿੰਨੀ ਮਰਜ਼ੀ ਮਾਰੀ ਜਾਓ, ਕੁਝ ਨਹੀਂ ਹਾਸਲ ਹੋਣਾ। ਤੁਸੀਂ ਦੁੱਧ ਵਿੱਚ ਮਧਾਣੀ ਮਾਰੋਗੇ ਤੇ ਕੁਝ ਤੱਤ ਨਿਕਲੇਗਾ। ਅਸੀਂ ਅਗਿਆਨਤਾ ਵਸ ਹੋ ਕੇ ਜਿੰਨਾ ਮਰਜ਼ੀ ਉਲਝ ਲਈਏ। ਅੱਜ ਕੀ ਹੈ? ਮਨਮੁਖ ਤੇ ਗੁਰਮੁਖ ਆਪਸ ਵਿੱਚ ਉਲਝ ਰਹੇ ਆ। ਅੱਜ ਕੀ ਹੈ? ਆਸਤਕ ਨਾਸਤਕ ਆਪਸ ਵਿੱਚ ਉਲਝ ਰਹੇ ਆ। ਇਸ ਲਈ ਕਹਿੰਦੇ ਨੇ ਮਾਸ ਮਾਸ ਕਰ ਮੂਰਖ ਝਗੜੇ। ਇਹ ਮੂਰਖ ਲੋਕ ਨੇ ਜਿਹੜੇ ਮਾਸ ਕਰਕੇ ਆਪਸ ਵਿੱਚ ਝਗੜ ਰਹੇ ਨੇ, ਉਹਦਾ ਕਾਰਨ ਹੈ ਗਿਆਨ ਧਿਆਨ ਨਹੀਂ ਜਾਣੇ, ਗਿਆਨ ਅਧੂਰਾ ਹੋਣ ਕਰਕੇ, ਧਿਆਨ ਨਾ ਹੋਣ ਕਰਕੇ। ਇਸ ਲਈ ਇਹ ਆਪਸ ਵਿੱਚ ਝਗੜ ਰਹੇ ਹਨ। ਕੌਣ ਮਾਸ ਕੌਣ ਸਾਗ ਕਹਾਵੇ, ਤਿਸ ਮਹਿ ਪਾਪ ਸਮਾਨੇ। ਬਸ ਇਹ ਝਗੜੇ ਵਿੱਚ ਪਏ ਹੋਏ ਨੇ ਕਿ ਇਹਨੂੰ ਮਾਸ ਕਹਿੰਦੇ ਆ ਤੇ ਇਹਨੂੰ ਸਾਗ, ਸਾਗ ਦਾ ਅਰਥ ਬਨਸਪਤੀ। ਜਿਵੇਂ ਅਸੀਂ ਸਬਜ਼ੀਆਂ ਵਗੈਰਾ ਇੱਕ ਆਦਿਕ ਜਦੋਂ ਅਸੀਂ ਖਾਂਦੇ ਹਾਂ, ਸਾਗ ਦਾ ਅਰਥ ਸਾਗ ਵੀ ਆਪਾਂ ਕਰ ਲਈਏ ਵੀ ਜਿੰਨੇ ਸਾਗ ਸੰਬੰਧੀਆਂ ਆਪਸ ਵਿੱਚ ਹੀ ਉਲਝ ਰਹੇ ਆ, ਆਪਸ ਵਿੱਚ ਹੀ। ਅੱਜ ਭਰਾ ਨੇ ਹੀ ਭਰਾ ਤੇ ਕੇਸ ਕੀਤਾ ਹੋਇਆ, ਅੱਜ ਬੱਚੇ ਮਾਪਿਆਂ ਤੇ ਕੇਸ ਕਰੀ ਬੈਠੇ ਆ, ਮਾਪੇ ਆਪਣੇ ਬੱਚਿਆਂ ਦੇ ਖਿਲਾਫ ਕੇਸ ਕਰੀ ਬੈਠੇ ਆ। ਮਾਂ-ਬਾਪ ਕਹਿੰਦੇ ਅਸੀਂ ਬੱਚਿਆਂ ਨੂੰ ਬੇਦਖਲ ਕਰਨਾ ਚਾਹੁੰਦੇ ਹਾਂ। ਹੁਣ ਆਪਸ ਵਿੱਚ ਹੀ ਅਸੀਂ ਉਲਝ ਰਹੇ ਹਾਂ ਨਾ। ਇਹ ਸਾਗ ਸੰਬੰਧੀ ਜਿਹੜੇ ਨੇ ਇਹ ਆਪਸ ਵਿੱਚ ਹੀ ਅਸੀਂ ਇੱਕ ਦੂਜੇ ਦੇ ਨਾਲ ਉਲਝ ਰਹੇ ਹਾਂ, ਝਗੜ ਰਹੇ ਹਾਂ। ਖੈਰ ਮਹਾਰਾਜ ਕਹਿੰਦੇ ਆ ਪਾਪ ਪੁੰਨ ਵਿੱਚ ਹੀ ਫਸੇ ਬੈਠੇ ਹਾਂ ਕਿ ਮਾਸ ਹੈ, ਇਹ ਸਾਗ ਹੈ, ਇਹਦੇ ਵਿੱਚ ਹੀ ਅਸੀਂ ਉਲਝ ਕੇ ਬੈਠੇ ਹੋਏ ਹਾਂ। ਔਰ ਪਾਪ ਇਸ ਸਮੇਂ ਪਾਪ ਸਮਾਣੇ ਵੀ, ਇਹਦੇ ਵਿੱਚ ਪਾਪ ਹੈ, ਇਹਦੇ ਵਿੱਚ ਪੁੰਨ ਹੈ। ਗੁਰਬਾਣੀ ਸਾਨੂੰ ਪਾਪ ਪੁੰਨ ਤੋਂ ਉੱਪਰ ਉਠਾਉਂਦੀ ਹੈ ਕਿ ਤੁਸੀਂ ਪਾਪ ਪੁੰਨ ਦੀ ਵਿਚਾਰ ਵਿੱਚ ਹੀ ਫਸੇ ਰਹਿ ਗਏ ਤੇ ਅੱਗੇ ਤੁਰਨਾ ਔਖਾ ਹੋ ਜਾਣਾ ਹੈ। ਜੇ ਤੁਸੀਂ ਨਰਕ ਸੁਰਗ ਦੀ ਵਿਚਾਰ ਵਿੱਚ ਫਸੇ ਰਹਿ ਗਏ ਤੇ ਅੱਗੇ ਤੁਰਨਾ ਔਖਾ ਹੋ ਜਾਣਾ ਹੈ। ਭਗਤ ਜਨਾਂ ਨੇ ਆਖਿਆ ਅਸੀਂ ਦੋਨੋਂ ਹੀ ਰੱਦ ਕਰ ਦਿੱਤੇ, ਨਾ ਅਸੀਂ ਨਰਕ ਦੀ ਗੱਲ ਕਰੀਏ ਨਾ ਸਵਰਗ ਦੀ, ਕਿਉਂਕਿ ਇਹ ਮੰਜ਼ਲ ਨਹੀਂ, ਮੰਜ਼ਲ ਤਾਂ ਅੱਗੇ ਹੈ। ਮੰਜ਼ਲ ਤਾਂ ਨਿਰੰਕਾਰ ਦੇ ਚਰਨਾਂ ਵਿੱਚ ਜੁੜਨ ਦੀ ਹੈ। ਇਹ ਨਰਕ ਸੁਰਗ ਤੇ ਸਾਨੂੰ ਗੱਲਾਂ ਕਰਕੇ ਰਾਹ ਵਿੱਚ ਰੋਕ ਦਿੱਤਾ ਗਿਆ। ਅਸੀਂ ਪਾਪ ਪੁੰਨ ਦੇ ਚੱਕਰ 'ਚ ਹੀ ਫਸ ਕੇ ਰਹਿ ਗਏ। ਇਹ ਪੁੰਨ ਹੈ, ਇਹ ਪਾਪ ਹੈ, ਇਹ ਪੁੰਨ ਹੈ, ਪਾਪ, ਬਸ ਇਦਾਂ ਹੀ ਜ਼ਿੰਦਗੀ ਲੰਘ ਰਹੀ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਤਿਸ ਮਹਿ ਪਾਪ ਸਮਾਣੇ ਵੀ ਆਹ ਕੰਮ ਵਿੱਚ ਪਾਪ ਹੈ, ਇਹਦੇ ਵਿੱਚ ਨਹੀਂ ਹੈ। ਮਾਸ ਮਾਸ ਕਰ ਮੂਰਖ ਝਗੜੇ, ਇਹੀ ਝਗੜਾ ਹੋ ਰਿਹਾ ਹੈ। ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ। ਹੁਣ ਹੋਇਆ ਕਿ ਅਸੀਂ ਆਪਸ ਵਿੱਚ ਤਾਂ ਉਲਝ ਹੀ ਰਹੇ ਸੀ, ਅਸੀਂ ਵਿੱਚ ਦੇਵੀ ਦੇਵਤੇ ਵੀ ਲੈ ਆਂਦੇ। ਅਸੀਂ ਆਖਿਆ ਵੀ ਜੇ ਅਸੀਂ ਦੇਵਤਿਆਂ ਨੂੰ ਖੁਸ਼ ਕਰਨਾ ਨਾ ਤੇ ਫਿਰ ਕੀ ਕਰੋ, ਫਿਰ ਪਸ਼ੂ ਦੀ ਜਾਨਵਰ ਦੀ ਬਲੀ ਚਾੜੋ। ਜਦੋਂ ਤੁਸੀਂ ਪਸ਼ੂ ਦੀ ਕਿਸੇ ਜਾਨਵਰ ਦੀ ਬਲੀ ਚਾੜੋਗੇ ਤੇ ਦੇਵਤਾ ਬੜਾ ਖੁਸ਼ ਹੋਏਗਾ। ਪਰ ਇਹ ਦੱਸੋ ਤਾਂ ਸਹੀ ਲਿਖਿਆ ਕਿੱਥੇ ਹੈ ਵੀ ਆਹ ਦੇਵਤਾ ਕਹਿੰਦਾ ਵੀ ਮੇਰੇ ਸਾਹਮਣੇ ਬਲੀ ਚਾੜੋਗੇ ਤੇ ਮੈਂ ਖੁਸ਼ ਹੋਵਾਂਗਾ? ਕਿਸ ਧਰਮ ਗ੍ਰੰਥ ਦੇ ਵਿੱਚ ਲਿਖਿਆ ਹੈ? ਔਰ ਜਾਂ ਕਿੱਥੇ ਪਰਮੇਸ਼ਵਰ ਨੇ ਲਿਖਿਆ ਵੀ ਤੁਸੀਂ ਮੇਰੇ ਨਾਮ ਦੀਆਂ ਬਲੀਆਂ ਚਾੜੋਗੇ, ਜੀਵ ਹੱਤਿਆ ਕਰੋਗੇ ਤਾਂ ਤੁਹਾਨੂੰ ਮੇਰੀ ਜਿਹੜੀ ਆ ਖੁਸ਼ੀ ਪ੍ਰਸੰਨਤਾ ਮਿਲਣੀ ਹੈ? ਇਹ ਸਾਰੇ ਅਡੰਬਰ ਅਸੀਂ ਆਪ ਹੀ ਰਚੇ ਹੋਏ ਨੇ। ਆਪ ਤਾਂ ਮਾਸ ਮਾਸ ਕਰ ਮੂਰਖ ਝਗੜੇ, ਆਪ ਤਾਂ ਝਗੜ ਹੀ ਰਹੇ ਸੀ, ਵਿੱਚ ਦੇਵਤਿਆਂ ਨੂੰ ਵੀ ਲਿਆਂਦਾ ਸੀ। ਹੁਣ ਕੀ ਕੀਤਾ? ਕਹਿੰਦੇ ਨੇ ਗੈਂਡਾ ਮਾਰ, ਗੈਂਡਾ ਦਾ ਮਤਲਬ ਲਿਆ ਕੇ ਪਸ਼ੂ ਜਾਂ ਜਾਨਵਰ ਲਿਆ ਕੇ ਉਹਨੂੰ ਮਾਰਿਆ। ਔਰ ਮਾਰਿਆ ਕਿਵੇਂ? ਦੇਵਤਿਆਂ ਕੀ ਬਾਣੇ, ਦੇਵਤਿਆਂ ਦੇ ਵਾਸਤੇ ਫਿਰ ਅਸੀਂ ਯੱਗ ਕੀਤਾ ਤਾਂ ਕਿ ਇਹਦੇ ਨਾਲ ਦੇਵਤੇ ਪ੍ਰਸੰਨ ਹੋ ਜਾਵਣ। ਮਾਸ ਸੋੜ ਬੈਸ ਨਕ ਪਕੜ ਹੈ, ਰਾਤੀ ਮਾਨਸ ਖਾਣੇ। ਕਹਿੰਦੇ ਤੁਸੀਂ ਆਪਣੇ ਮੁਖ ਤੋਂ ਕਹਿੰਦੇ ਹੋ ਵੀ ਅਸੀਂ ਮਾਸ ਛੱਡ ਦਿੱਤਾ ਹੈ, ਤੇ ਤੁਸੀਂ ਰਾਤ ਕੀ ਕਰਦੇ ਹੋ? ਰਾਤ ਤੁਸੀਂ ਮਨੁੱਖਾਂ ਨੂੰ ਖਾ ਜਾਂਦੇ ਹੋ, ਮਾਨਸ ਖਾਣੇ। ਰਾਤ ਤੁਸੀਂ ਮਨੁੱਖ ਖਾ ਜਾਂਦੇ ਹੋ, ਉਦਾਂ ਤੁਸੀਂ ਕਹਿੰਦੇ ਹੋ ਜੀ ਅਸੀਂ ਮਾਸ ਖਾਂਦੇ ਹੀ ਕੋਈ ਨਹੀਂ ਆ। ਹੁਣ ਇੱਥੇ ਕਿਹੜੀ ਗੱਲ ਕਰਾਂਗੇ ਅਸੀਂ? ਇੱਥੇ ਗੱਲ ਕਰਾਂਗੇ ਪਰਾਏ ਹੱਕ ਦੀ। ਕਿਉਂਕਿ ਮਹਾਰਾਜ ਕਹਿੰਦੇ ਕੇਵਲ ਇਹ ਨਹੀਂ ਕਿ ਕਿਸੇ ਨੂੰ ਮਾਰਿਆ ਤੇ ਪਕਾ ਕੇ ਖਾ ਲਿਆ। ਜਦੋਂ ਕਿਸੇ ਦਾ ਗਰੀਬ ਮਾਰ ਕਰਦੇ ਹੋ ਉਹ ਵੀ ਮਾਸ ਦੇ ਬਰਾਬਰ ਹੈ। ਜਦੋਂ ਕਿਸੇ ਦਾ ਹੱਕ ਖੋਹਦੇ ਹੋ, ਕਿਸੇ ਦਾ ਹੱਕ ਮਾਰਦੇ ਹੋ, ਕਿਸੇ ਨਾਲ ਗਰੀਬ ਮਾਰ ਕਰਦੇ ਹੋ, ਇਹ ਵੀ ਮੁਰਦਾ ਖਾਣ ਦੇ ਬਰਾਬਰ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਭਰਿਆ ਜਾਂ ਮੁਰਦਾਰ ਨਾ ਖਾਏ। ਮੁਰਦਾਰ ਦਾ ਮਤਲਬ ਮਾਸ। ਮਹਾਰਾਜ ਕਹਿੰਦੇ ਤੁਸੀਂ ਧਰਮ ਦਾ ਪਹਿਰਾਵਾ ਪਾ ਕੇ ਕਹਿੰਦੇ ਅਸੀਂ ਤੇ ਮਾਸ ਛੱਡਿਆ ਹੋਇਆ, ਪਰ ਰਾਤ ਕੀ ਕਰਦੇ ਹੋ? ਤੁਸੀਂ ਮਾਨਸ ਖਾਣੇ, ਦੂਜਿਆਂ ਦਾ ਹੱਕ ਕਿਵੇਂ ਖੋਣਾ ਹੈ, ਗਰੀਬ ਮਾਰ ਕਿਵੇਂ ਕਰਨੀ ਹੈ, ਦੂਜਿਆਂ ਦਾ ਖੂਨ ਕਿਵੇਂ ਨਿਚੋੜਨਾ ਹੈ। ਅੰਦਰ ਦੀ ਖੇਡ ਤਾਂ ਤੁਹਾਡੀ ਆਹ ਕਹਿੰਦੀ ਹੈ। ਬਾਹਰੋਂ ਭਾਵੇਂ ਤੁਸੀਂ ਨਹੀਂ ਖਾਂਦੇ ਪਰ ਅੰਦਰ ਤੇ ਤੁਸੀਂ ਦੂਜਾ ਗਰੀਬਾਂ ਦਾ ਖੂਨ ਨਿਚੋੜਦੇ ਹੋ। ਉਹ ਆਪਾਂ ਸਾਖੀ ਸੁਣ ਕੇ ਆਏ ਆ, ਗੁਰੂ ਨਾਨਕ ਸਾਹਿਬ ਜੀ ਮਲਕ ਭਾਗੋ ਦੇ ਘਰ ਕਿਉਂ ਨਹੀਂ ਸੀ ਜਾਂਦੇ? ਕਿਉਂਕਿ ਉਹ ਦੂਜਿਆਂ ਦੇ ਹੱਕ ਖੋ ਕੇ ਆਪਣਾ ਘਰ ਭਰਿਆ, ਦੂਜਿਆਂ ਦਾ ਖੂਨ ਨਿਚੋੜਦਾ ਰਿਹਾ। ਪਰ ਭਾਈ ਲਾਲੋ ਨੇ ਮਿਹਨਤ ਕਰਕੇ ਆਪਣਾ ਖੂਨ ਪਸੀਨਾ ਇੱਕ ਕੀਤਾ ਹੈ। ਉਹਨੇ ਆਪਣੇ ਪਸੀਨੇ ਦੀ ਜਗ੍ਹਾ ਤੇ ਖੂਨ ਵਹਾਇਆ ਮਿਹਨਤ ਕਰਦਿਆਂ, ਤੇ ਮਲਕ ਭਾਗੋ ਨੇ ਦੂਜਿਆਂ ਦਾ ਖੂਨ ਨਿਚੋੜਿਆ। ਇਸ ਲਈ ਮਹਾਰਾਜ ਕਹਿੰਦੇ ਮੈਂ ਤੇਰੇ ਘਰ ਦਾ ਇੱਕ ਦਾਣਾ ਵੀ ਨਹੀਂ ਖਾਣਾ। ਕਿਉਂ ਨਹੀਂ ਖਾਣਾ? ਕਿਉਂਕਿ ਤੇਰੇ ਇਸ ਇੱਕ ਦਾਣੇ ਵਿੱਚ ਪਤਾ ਨਹੀਂ ਕਿੰਨਿਆਂ ਦਾ ਖੂਨ ਨਿਚੋੜਿਆ ਪਿਆ ਹੈ। ਇਸ ਲਈ ਮਹਾਰਾਜ ਨੇ ਆਖਿਆ ਤੁਸੀਂ ਕਹਿੰਦੇ ਹੋ ਮਾਸ ਛੋੜ, ਬੈਸ ਨੱਕ ਪਕੜਿਆ, ਬੈਠ ਕੇ ਨੱਕ ਪਕੜ ਕੇ ਕਹਿੰਦੇ ਹੋ ਸਾਨੂੰ ਬਦਬੂ ਆਉਂਦੀ ਹੈ। ਤੇ ਜਦੋਂ ਕਿਸੇ ਦਾ ਗਰੀਬ ਮਾਰ ਕਰਦੇ ਹੋ ਉਦੋਂ ਨਹੀਂ ਬਦਬੂ ਆਉਂਦੀ। ਜਦੋਂ ਕਿਸੇ ਦਾ ਹੱਕ ਮਾਰਦੇ ਹੋ, ਹੱਕ ਖੋਹਦੇ ਹੋ, ਉਦੋਂ ਨਹੀਂ ਤੁਹਾਨੂੰ ਬਦਬੂ ਆਉਂਦੀ। ਉਦੋਂ ਤਾਂ ਤੁਸੀਂ ਮੁਰਦਾ ਰੱਜ ਕੇ ਭਰ ਕੇ ਖਾਂਦੇ ਹੋ। ਇਹ ਗੁਰੂ ਸਾਹਿਬ ਮਹਾਰਾਜ ਜੀ ਆਖਦੇ ਹਨ, ਫੜ ਕਰ ਲੋਕਾਂ ਨੂੰ ਦਿਖਲਾਵੇ ਹੈ, ਗਿਆਨ ਧਿਆਨ ਨਹੀਂ ਸੂਝੈ। ਮਹਾਰਾਜ ਜੀ ਕਹਿੰਦੇ ਦੁਨੀਆ ਨੂੰ ਫੜਦਾ ਇੱਥੇ ਅਰਥ ਹੈ ਪਖੰਡ ਕਰਕੇ ਦਿਖਾਉਂਦੇ ਹੋ। ਜਿਉ ਮੈਲੇ ਬਾਹਰੋਂ ਨਿਰਮਲ ਪਵਿੱਤਰ ਹੋ ਕੇ ਤੇ ਅੰਦਰ ਮੈਲ ਨਾਲ ਭਰੇ ਪਏ ਹੋ। ਤੁਸੀਂ ਦੁਨੀਆ ਨੂੰ ਕੀ ਦਿਖਾ ਰਹੇ ਹੋ? ਪਖੰਡ। ਕਿਉਂਕਿ ਪਖੰਡ ਹੈ ਨਾ, ਬਾਹਰੋਂ ਕੁਛ ਤੇ ਅੰਦਰੋਂ ਕੁਛ, ਇਹਨੂੰ ਪਖੰਡ ਕਹਿੰਦੇ ਆ। ਜੋ ਅੰਦਰ ਹੈ ਉਹ ਬਾਹਰ ਨਹੀਂ ਦਿਖਾ ਰਹੇ, ਜੋ ਬਾਹਰੋਂ ਦਿਖਾਵਾ ਕਰ ਰਹੇ ਹੋ ਉਹ ਸਾਡੇ ਅੰਦਰ ਨਹੀਂ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚੀਆਂ, ਮਨ ਵਿੱਚ ਕੁਛ ਹੈ, ਮੁਖ ਤੋਂ ਕੁਝ ਬੋਲ ਰਹੇ ਹਾਂ, ਸਾਡੀ ਰਹਿਤ ਕੁਝ ਹੋਰ ਹੈ, ਕਰਨੀ ਹੋਰ ਹੈ, ਕਥਨੀ ਹੋਰ ਹੈ। ਜੋ ਕਥਨ ਕਰ ਰਹੇ ਹਾਂ ਉਹ ਕਰਨੀ ਨਹੀਂ ਕਰ ਰਹੇ, ਜੋ ਕਰਨੀ ਹੈ ਉਹ ਕਥਨ ਨਹੀਂ ਕਰ ਰਹੇ। ਮਹਾਰਾਜ ਕਹਿੰਦੇ ਆ ਪਖੰਡ ਲੋਕਾਂ ਨੂੰ ਦਿਖਾਉਂਦੇ ਹੋ, ਗਿਆਨ ਧਿਆਨ ਨਹੀਂ ਬੁੱਝੇ। ਤੁਸੀਂ ਤੁਹਾਡੇ ਕੋਲੋਂ ਗਿਆਨ ਹੀ ਨਹੀਂ ਹੈ, ਤੁਹਾਡੇ ਧਿਆਨ ਵਿੱਚ ਹੀ ਨਹੀਂ ਹੈ ਕਿ ਤੁਸੀਂ ਕਿਹੜਾ ਕਰਮ ਜਿਹੜਾ ਉਹ ਕਰ ਰਹੇ ਹੋ। ਬਸ ਇਹੀ ਹੈ ਕਿ ਮਾਸ ਮਾਸ ਕਰ ਮੂਰਖ ਝਗੜੇ। ਠੀਕ ਹੈ, ਫਿਰ ਬੇਨਤੀ ਕਰਕੇ ਚੱਲਾਂ। ਵਿਦਵਾਨਾਂ ਨੇ ਆਪਣੇ ਆਪਣੇ ਮੁਤਾਬਕ ਇਸ ਦੇ ਅਰਥ ਕੀਤੇ ਨੇ। ਇੱਥੇ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਤੁਸੀਂ ਲੋਕਾਂ ਨੂੰ ਪਖੰਡ ਕਰਕੇ ਦਿਖਾਉਂਦੇ ਹੋ। ਨਾਨਕ ਅੰਦੇ ਸਿਉ ਕਾ ਕਹੀਐ,
ਕਹੇ ਨਾ ਕਹਿਆ ਬੂਝੇ। ਨਾਨਕ ਇੱਥੇ ਵਿਸ਼ਰਾਮ ਦੇਣਾ ਹੈ। ਨਾਨਕ ਜੀ ਕਹਿ ਰਹੇ ਨੇ, ਕਹਿੰਦੇ ਫਿਰ ਮੈਂ ਕਹਿ ਵੀ ਕਿਹਨੂੰ ਰਿਹਾ? ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਸਮਝਾ ਵੀ ਕਿਹਨੂੰ ਰਿਹਾ? ਅੰਧੇ ਸਿਓ ਕਿਆ ਕਹੀਏ ਕਹਿਆ, ਕਹੇ ਨਾ ਕਹਿਆ। ਕਹਿੰਦੇ ਨੇ ਮੈਂ ਅੰਧੇ ਨੂੰ ਕੀ ਕਵਾਂ, ਜੋ ਉਹਨੂੰ ਮੈਂ ਕਹਿ ਰਿਹਾ ਉਹਨੂੰ ਸਮਝ ਨਹੀਂ ਆ ਰਹੀ, ਜੋ ਮੈਂ ਉਹਨੂੰ ਦਿਖਾਣਾ ਚਾਹੁੰਦਾ ਉਹ ਦੇਖ ਨਹੀਂ ਪਾ ਰਿਹਾ, ਕਿਉਂਕਿ ਅੰਧਾ, ਹੁਣ ਅੰਧਾ ਇੱਥੇ ਮਨ ਦਾ ਕਿਹਾ, ਤਨ ਦਾ ਨਹੀਂ। ਜਿਹੜੇ ਮਨ ਕਰਕੇ ਅਗਿਆਨਤਾ ਦੇ ਅੰਧੇ ਹੋ ਚੁੱਕੇ ਨੇ, ਇਸ ਲਈ ਮਹਾਰਾਜ ਜੀ ਕਹਿੰਦੇ ਅੰਧੇ ਸਿਓ ਸਿਓ ਮੈਨੇ ਨਾਲ ਕਿਆ ਕਹੀਏ, ਕੀ ਕਵਾਂ, ਕਹੇ ਨਾ ਕਹਿਆ ਬੁਝੈ। ਜੋ ਮੈਂ ਕਹਿ ਰਿਹਾ ਉਹ ਨਹੀਂ ਬੁਝ ਰਹੇ, ਨਹੀਂ ਸਮਝ ਪਾ ਰਹੇ। ਅਸੀਂ ਵੀ ਗੁਰੂ ਸਾਹਿਬ ਦੇ ਦਰ ਤੇ ਆ ਕੇ ਨਾ ਇਹ ਅਰਦਾਸ ਕਰਦੇ ਰਹੀਏ ਕਿ ਮਾਲਕ ਜੀ ਹਜੇ ਤੁਹਾਨੂੰ ਅਸੀਂ ਨਹੀਂ ਸਮਝ ਪਾ ਰਹੇ ਹਾਂ, ਅਸੀਂ ਤੁਹਾਡੇ ਮੁਤਾਬਕ ਹਜੇ ਨਹੀਂ ਚੱਲ ਪਾ ਰਹੇ ਹਾਂ। ਠੀਕ ਹੈ, ਅਸੀਂ ਕਹਿ ਰਹੇ ਹਾਂ ਵੀ ਅਸੀਂ ਤੁਹਾਡੇ ਚਰਨਾਂ ਵਿੱਚ ਜੁੜਨ ਵਾਲੇ ਹਾਂ, ਅਸੀਂ ਆਪਣੇ ਆਪ ਨੂੰ ਗੁਰੂ ਸੰਗਤ ਵਿੱਚ ਜਾਂ ਆਪਣੇ ਆਪ ਨੂੰ ਅਸੀਂ ਕਥਾ ਕੀਰਤਨ ਦੇ ਰੂਪ ਵਿੱਚ ਕਹਿ ਰਹੇ ਹਾਂ ਵੀ ਅਸੀਂ ਬਹੁਤ ਅੱਗੇ ਲੰਘ ਗਏ ਹਾਂ, ਪਰ ਨਹੀਂ, ਹਜੇ ਤੁਹਾਡੀ ਬਾਣੀ ਨੂੰ ਅਸੀਂ ਸਮਝ ਨਹੀਂ ਪਾ ਰਹੇ। ਕਿਉਂਕਿ ਜਿੱਦਣ ਗੁਰਬਾਣੀ ਸਮਝ ਲਾਂਗੇ ਨਾ, ਉਸ ਦਿਨ ਫਿਰ ਇੱਕੋ ਹੀ ਪਰਮੇਸ਼ਵਰ ਨਾਲ ਸਾਡਾ ਜੁੜਨਾ, ਜਿੰਨੇ ਵੀ ਕਰਮ ਕਾਂਡ ਨੇ ਇਹ ਸਾਰੇ ਹੀ ਖਤਮ ਹੋ ਜਾਣਗੇ। ਜਿੱਦਣ ਗੁਰਬਾਣੀ ਨੂੰ ਸਮਝ ਲਾਂਗੇ ਸਾਰੇ ਧਰਮ ਵਰਨ ਇੱਕ ਹੋ ਜਾਣਗੇ। ਜਿੱਦਣ ਗੁਰਬਾਣੀ ਨੂੰ ਸਮਝ ਲਾਂਗੇ ਉਸ ਦਿਨ ਸਾਰੇ ਝਗੜੇ ਮੁੱਕ ਜਾਣਗੇ। ਇਹਦਾ ਮਤਲਬ ਗੁਰਬਾਣੀ ਹਜੇ ਸਮਝ ਨਹੀਂ ਪਾ ਰਹੇ ਅਸੀਂ। ਹਮੇ ਅੰਧਲੇ ਅੰਧ ਦਿਖੈ ਬਿਖ ਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇਂ ਆਪਨ ਪਾਲੀ। ਹਮ ਗਿਆਨਹੀਨ, ਅਸੀਂ ਗਿਆਨ ਤੋਂ ਹੀਣੇ ਆ, ਇਸ ਲਈ ਤੁਸੀਂ ਕਿਰਪਾ ਕਰੋ। ਮਹਾਰਾਜ ਕਹਿੰਦੇ ਅੰਧੇ ਸਿਓ ਕਿਆ ਕਹੀਏ, ਮੈਂ ਕੀ ਕਵਾਂ? ਜਿਹੜੇ ਅਗਿਆਨਤਾ ਦੇ ਅੰਧੇ ਨੇ, ਮਨ ਦੇ ਅੰਧੇ ਨੇ, ਕਹੇ ਨਾ ਕਹਿਆ ਬੂਝੈ। ਜੋ ਮੈਂ ਕਹਿ ਰਿਹਾ ਉਹ ਮਨ ਦੇ ਅੰਧੇ ਸਮਝ ਨਹੀਂ ਪਾਵਣਗੇ। ਅੰਧਾ ਸੋਏ ਜੇ ਅੰਧ ਕਮਾਵੇ, ਇਸ ਹਿਰਦੈ ਜੇ ਲੋਚਨ ਨਹੀਂ। ਉਹਨਾਂ ਆਖਿਆ ਮਹਾਰਾਜ ਅੰਧਾ ਕਿਹਨੂੰ ਕਹਿੰਦੇ ਹੋ? ਸਾਹਿਬ ਜੀ ਕਹਿੰਦੇ ਅੰਧਾ ਉਹ ਹੁੰਦਾ ਜਿਹੜਾ ਅੰਧ ਕਮਾ ਰਿਹਾ, ਅੰਧ ਵਿਸ਼ਵਾਸ ਵਿੱਚ ਫਸਿਆ ਹੋਇਆ ਹੈ, ਜਿਹੜਾ ਕਰਮ ਕਾਂਡ ਦੇ ਵਿੱਚ ਫਸਿਆ ਹੋਇਆ ਹੈ। ਇਸ ਹਿਰਦੈ ਸੇ ਲੋਚਨ ਨਹੀਂ, ਉਹਦੇ ਅੰਦਰ ਮਨ ਦੀਆਂ ਅੱਖਾਂ ਨਹੀਂ ਹੁੰਦੀਆਂ, ਉਹਦੇ ਕੋਲ ਮਨ ਕਰਕੇ ਗਿਆਨ ਦੀ ਰੋਸ਼ਨੀ ਨਹੀਂ ਹੁੰਦੀ ਹੈ। ਮੈਂ ਉਹਨਾਂ ਨੂੰ ਅੰਧੇ ਆਖਦਾ ਹਾਂ। ਮਾਤ ਪਿਤਾ ਕੀ ਰਕਤ ਨਿਪੰਨੇ, ਮਸੀ ਮਾਸ ਨ ਖਾਹੀ। ਇਸ ਪੰਕਤੀ ਨੂੰ ਥੋੜਾ ਬਰੀਕੀ ਨਾਲ ਸਮਝ ਲਿਓ, ਬਾਰ-ਬਾਰ ਬੇਨਤੀ ਕਰ ਰਹੇ ਹਾਂ। ਹਰ ਇੱਕ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਇਹਦੇ ਅਰਥ ਕੀਤੇ ਆ। ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਮਾਤ ਪਿਤਾ ਕੀ ਰਕਤ ਨੇ, ਤੁਹਾਡਾ ਜਿਹੜਾ ਇਹ ਰਕਤ ਦਾ ਅਰਥ ਹੈ ਲਹੂ। ਜਿਵੇਂ ਗੁਰਬਾਣੀ ਵਿੱਚ ਸਾਨੂੰ ਵੱਖ-ਵੱਖ ਰੂਪ ਵਿੱਚ ਸਮਝਾਇਆ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਵੀ ਮਾਤਾ ਪਿਤਾ ਦੀ ਰਕਤ ਲਹੂ ਤੋਂ ਹੀ ਅਸੀਂ ਪੈਦਾ ਹੋਏ ਹਾਂ, ਹੋਰ ਕੋਈ ਤਰੀਕਾ ਨਹੀਂ ਹੈ। ਆ ਸਾਨੂੰ ਤੇ ਆਖਿਆ ਵੀ ਫਲ ਝੋਲੀ 'ਚ ਪਾ ਲਓ, ਘਰ ਜਾ ਕੇ ਖਾ ਲਓ ਤੇ ਫਿਰ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਏਗੀ। ਅਸੀਂ ਤੇ ਗੁਰੂ ਸਾਹਿਬ ਦੀ ਬਾਣੀ ਪਰਮੇਸ਼ਵਰ ਦੇ ਹੁਕਮ ਤੋਂ ਵੀ ਬਾਹਰ ਹੋ ਗਏ ਕਿ ਸਿਰਫ ਇੱਕ ਫਲ ਖਾਣ ਨਾਲ ਹੀ ਗੱਲ ਬਣ ਜਾਂਦੀ ਹੈ, ਫਰੂਟ ਤਾਂ ਫਿਰ ਬਹੁਤ ਹੈ ਖਾਣ ਵਾਸਤੇ। ਪਰ ਗੁਰੂ ਸਾਹਿਬ ਨੇ ਆਖਿਆ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਤਾਂ ਇਸ ਬਾਲਕ ਦਾ ਜਨਮ ਹੁੰਦਾ ਹੈ। ਜੋ ਉਸ ਪਰਮੇਸ਼ਵਰ ਨੇ ਇੱਕ ਸਿਸਟਮ ਬਣਾਇਆ ਦੁਨੀਆ ਦਾ, ਇੱਥੇ ਮਹਾਰਾਜ ਨੇ ਆਖਿਆ ਤੁਹਾਡਾ ਜਨਮ ਜਿਹੜਾ ਹੈ ਉਹ ਮਾਤ ਪਿਤਾ ਕੀ ਰਕਤ ਤੋਂ ਹੋਇਆ ਹੈ। ਇਸ ਵਾਸਤੇ ਕੋਸ਼ਿਸ਼ ਕਰੋ ਕਿ ਮੱਛੀ ਮਾਸ ਨਾ ਖਾਈ। ਆ ਜਿਹੜਾ ਮਾਸ ਪੈਦਾ ਹੋਇਆ, ਹੁਣ ਥੋੜਾ ਹੋਰ ਸਮਝਿਓ, ਬੜੇ ਧਿਆਨ ਨਾਲ ਸਮਝਣਾ ਪੈਣਾ। ਜੇ ਆਪਾਂ ਉਪਰੀ ਅਰਥ ਕਰ ਜਾਾਂਗੇ ਤੇ ਮਹਾਰਾਜ ਜੀ ਕਹਿੰਦੇ ਆ ਮਾਸ ਵੀ ਤਾਂ ਤੁਹਾਡਾ ਬਣਿਆ ਹੀ ਹੈ ਨਾ, ਤੇ ਤੁਸੀਂ ਮੱਛੀ ਦਾ ਮਾਸ ਕਿਉਂ ਨਹੀਂ ਖਾਂਦੇ ਫਿਰ, ਜੇ ਆਪਾਂ ਉਪਰੀ ਅਰਥ ਕਰ ਲਈ। ਪਰ ਇਹਦੇ ਬਰੀਕੀ ਨਾਲ ਅਰਥ ਸਮਝਿਓ। ਮੱਛੀ ਜਿਹੜੇ ਖਾਂਦੇ ਨੇ, ਜਿਹੜੇ ਖਾਂਦੇ ਉਹਨਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਖਾਣ ਤੋਂ ਬਾਅਦ ਪਿਆਸ ਲੱਗਦੀ ਹੈ। ਇੱਕ ਦੋ ਜਣਿਆਂ ਨੂੰ ਪੁੱਛਿਆ ਜਿਹੜੇ ਖਾਣ ਵਾਲੇ ਆ, ਇਹ ਮਤ ਸਮਝਿਓ ਵੀ ਇਹ ਗੱਲਾਂ ਕਰਦੇ ਆ ਤੇ ਕੀ ਪਤਾ ਇਹ ਵੀ ਇਹ ਰਾਤ ਹੋ ਰਹੇ ਹੁਣ। ਨਹੀਂ, ਜਿਹੜੇ ਖਾਣ ਵਾਲੇ ਉਹ ਕਹਿੰਦੇ ਪਿਆਸ ਹੀ ਬੜੀ ਲੱਗਦੀ ਹੈ, ਕਿਉਂਕਿ ਮੱਛਲੀ ਰਹਿੰਦੀ ਹੋਈ ਪਾਣੀ ਦੇ ਵਿੱਚ ਹੈ, ਉਹ ਪ੍ਰਾਣ ਤੋਂ ਬਾਅਦ ਵੀ ਤੜਪਦੀ ਰਹਿੰਦੀ ਹੈ। ਜਦੋਂ ਅੰਦਰ ਚਲੀ ਜਾਏ ਫਿਰ ਵੀ ਪਿਆਸ ਲਾਉਂਦੀ ਹੈ ਨਾ ਉਹ। ਹੁਣ ਇਹ ਪਿਆਸ, ਤੇ ਪਿਆਸ ਨੂੰ ਕੀ ਕਹੋਗੇ? ਪਿਆਸ ਨੂੰ ਤ੍ਰਿਸ਼ਨਾ ਕਹਿੰਦੇ ਆ। ਇੱਥੇ ਮੱਛੀ ਦਾ ਅਰਥ ਤ੍ਰਿਸ਼ਨਾ ਕਰਨਾ ਪੈਣਾ ਹੈ। ਮਹਾਰਾਜ ਕਹਿੰਦੇ ਦੇਖ ਜਿਹੜਾ ਮਾਤਾ ਤੇ ਪਿਤਾ ਦੀ ਰਕਤ ਤੋਂ ਤੇਰਾ ਮਾਸ ਪੈਦਾ ਹੋਇਆ ਨਾ, ਇਹਨੂੰ ਕਿਤੇ ਤ੍ਰਿਸ਼ਨਾ ਨਾ ਖਾ ਜਾਵੇ, ਮੱਛੀ ਮਾਸ ਨਾ ਖਾਈ, ਆ ਮੱਛੀ ਕਿਤੇ ਤੇਰਾ ਮਾਸ ਨਾ ਖਾ ਜਾਵੇ ਅੰਦਰੋਂ। ਹੁਣ ਇਹਨੂੰ ਹੋਰ ਸੌਖਾ ਕਰ ਦਈਏ। ਬਾਬਾ ਫਰੀਦ ਸਾਹਿਬ ਕਹਿੰਦੇ ਆ, ਕਹਿਣ ਲੱਗੇ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ। ਹੁਣ ਬਾਬਾ ਫਰੀਦ ਸਾਹਿਬ ਕਿਹੜੇ ਮਾਸ ਦੀ ਗੱਲ ਕਰ ਰਹੇ ਆ? ਬਾਹਰ ਦੇ ਨਾ ਕਾਂ ਉੱਡ ਕੇ ਆਉਂਦੇ ਆ, ਨਾ ਬਾਬਾ ਫਰੀਦ ਸਾਹਿਬ ਦਾ ਬਾਹਰੋਂ ਮਾਸ ਉਹਨਾਂ ਨੇ ਨੋਚ ਕੇ ਖਾਦਾ। ਉਹ ਤਾਂ ਖੇਡ ਹੀ ਅੰਦਰ ਦੀ ਹੈ, ਗੱਲ ਹੀ ਅੰਦਰ ਦੀ ਕਰ ਰਹੇ ਨੇ। ਕਹਿਣ ਲੱਗੇ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਓ ਫਿਰ ਦੇਖਣ ਕੀ ਆਸ। ਹੁਣ ਅਸੀਂ ਇਹ ਸਮਝਣਾ ਕਿ ਪਿਰ ਪਿਆਰੇ ਨੇ ਦਿਸਣਾ ਕਿਹੜੀ ਅੱਖ ਦੇ ਨਾਲ ਹੈ? ਉਹ ਆ ਬਾਹਰ ਦੀ ਮਾਸ ਦੀ ਅੱਖ ਦੇ ਨਾਲ ਨਹੀਂ ਦਿਸਣਾ, ਉਹਨੇ ਮਨ ਦੀ ਅੱਖ ਨਾਲ ਦਿਸਣਾ। ਉਹਨੇ ਮਨ ਦੀ ਅੱਖ ਦੇ ਨਾਲ, ਕਿਉਂਕਿ ਸੇ ਅੱਖੜੀਆਂ ਵੀ ਹਨ, ਉਹ ਅੱਖੀਆਂ ਹੋਰ ਨੇ ਜਿਹਦੇ ਨਾਲ ਉਹ ਦਿਸਦਾ ਹੈ। ਬੁੱਲੇ ਸ਼ਾਹ ਨੇ ਕੀ ਆਖਿਆ? ਉਹ ਤੇਰੇ ਤੋਂ ਵੱਖ ਨਹੀਂ, ਤੇਰੀ ਦੇਖਣ ਵਾਲੀ ਅੱਖ ਨਹੀਂ। ਹੁਣ ਅੱਖਾਂ ਤੇ ਦੋਵੇਂ ਕੰਮ ਕਰਦੀਆਂ ਨੇ, ਤੇ ਬੁੱਲੇ ਸ਼ਾਹ ਤੁਸੀਂ ਕਹਿੰਦੇ ਹੋ ਵੀ ਤੇਰੀ ਅੱਖ ਨਹੀਂ। ਅਸਲ ਵਿੱਚ ਹਜੇ ਮਨ ਦੀ ਅੱਖ ਨਹੀਂ ਬਣੀ, ਮਨ ਤੇ ਹਨੇਰਾ ਛਾਇਆ, ਧੁੰਦਲਾਪਨ ਛਾਇਆ, ਦਿਸਦਾ ਕੁਛ ਨਹੀਂ ਪਿਆ। ਤੇ ਜਿਸ ਦਿਨ ਦਿਸਣਾ ਅੰਦਰੋਂ ਦਿਸਣਾ, ਬਾਹਰੋਂ ਨਹੀਂ ਜੇ ਦਿਸਣਾ। ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਗੱਲ ਕਰ ਰਿਹਾ ਸੀ ਮਾਸ ਦੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਕਿ ਆਹ ਜਿਹੜਾ ਮਾਸ ਹੈ ਇਹਨੂੰ ਤੂੰ ਖਾਈ ਨਾ, ਕਿਉਂਕਿ ਹਜੇ ਪਿਰ ਦੇਖਣ ਦੀ ਆਸ ਹੈ। ਹੁਣ ਕਿਹੜੇ ਕਾਂ? ਉੱਥੇ ਆਸਾ ਤੇ ਤ੍ਰਿਸ਼ਨਾ। ਤੇ ਤ੍ਰਿਸ਼ਨਾ ਕੀ ਹੈ? ਪਿਆਸ। ਇੱਥੇ ਮੱਛੀ ਦਾ ਅਰਥ ਜੇ ਆਪਾਂ ਤ੍ਰਿਸ਼ਨਾ ਕਰਕੇ ਚਲੀਏ, ਕਹਿਣ ਲੱਗੇ ਦੇਖ ਆਹ ਜਿਹੜਾ ਤੇਰਾ ਸਰੀਰ ਮਾਤਾ ਤੇ ਪਿਤਾ ਦੇ ਰਾਹੀਂ ਤੈਨੂੰ ਮਿਲਿਆ ਨਾ ਜੀਵਨ, ਦੇਖੀ ਕਿਤੇ ਮੱਛੀ ਮਾਸ ਨਾ ਖਾਈ। ਆ ਮੱਛੀ ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਕਿਤੇ ਤੇਰੇ ਮਾਸ ਨੂੰ ਅੰਦਰੋਂ ਨੋਚ ਕੇ ਖਾ ਨਾ ਜਾਵੇ। ਤੇ ਅਸੀਂ ਕਿੱਥੇ ਅਜੇ ਤੁਰੇ ਫਿਰਦੇ ਹਾਂ ਮਾਸ ਕਰ ਮੂਰਖ ਝਗੜੇ। ਅਸੀਂ ਗਿਆਨ ਗੁਰਬਾਣੀ ਵਿੱਚੋਂ ਲੈ ਹੀ ਨਹੀਂ ਸਕੇ। ਕਹਿੰਦੇ ਆ ਤ੍ਰਿਸ਼ਨਾ ਰੂਪੀ ਮੱਛਲੀ ਕਿਤੇ ਤੇਰੇ ਅੰਦਰ ਨੂੰ ਖਾ ਨਾ ਜਾਵੇ, ਕਿਉਂਕਿ ਮਾਤ ਪਿਤਾ ਦੀ ਰਕਤ ਤੋਂ ਤੈਨੂੰ ਇਹ ਮਨੁੱਖਾ ਜਨਮ ਹਾੜ ਮਾਸ ਨਾੜੀ ਕੋ ਪਿੰਜਰ ਮਿਲਿਆ ਹੈ। ਕਿਤੇ ਤ੍ਰਿਸ਼ਨਾ ਦੀ ਤ੍ਰਿਸ਼ਨਾ ਕੀ ਆ? ਵੱਧਦੀ ਜਾਂਦੀ ਹੈ। ਪਿਆਸ ਕੀ ਆ? ਵੱਧਦੀ ਜਾਂਦੀ ਹੈ। ਇਹ ਕਿਤੇ ਤੈਨੂੰ ਅੰਦਰੋਂ ਖੋਖਲਾ ਨਾ ਕਰ ਦੇਵੇ। ਇਸਤਰੀ ਪੁਰਖੈ ਜਾਂ ਨਿਸਮੇਲਾ, ਉਥੇ ਮੰਦ ਕਮਾਹੀ। ਹੁਣ ਇੱਕ ਪੰਕਤੀ ਨੂੰ ਬੜੇ ਧਿਆਨ ਨਾਲ ਸੁਣਿਓ, ਦੋਵੇਂ ਅਰਥ ਤੁਹਾਡੇ ਨਾਲ ਸਾਂਝੇ ਕਰਨੇ ਆ। ਕਹਿੰਦੇ ਨੇ ਹੁਣ ਹੈ ਤਾਂ ਦੋਵੇਂ ਮਾਸਾ, ਮੇਲ ਔਰ ਫੀਮੇਲ, ਇਸਤਰੀ ਤੇ ਪੁਰਸ਼, ਦੋਵਾਂ ਦਾ ਜਦੋਂ ਸਮੇਲ ਹੁੰਦਾ ਹੈ। ਮਾਸੋ ਨਿੰਮੇ ਮਾਸੋ ਜੰਮੇ, ਹਮ ਮਾਸੇ ਕੇ ਭਾਂਡੇ। ਕਹਿੰਦੇ ਫਿਰ ਉਹ ਮਾਸ ਦੇ ਟੁਕੜਿਆਂ ਤੋਂ ਹੀ ਫਿਰ ਮਾਸ ਪੈਦਾ ਹੋਇਆ, ਮਾਸ ਦਾ ਹੀ ਜਨਮ ਹੋਇਆ। ਤੇ ਆਪਾਂ ਸਾਰੇ ਹੈ ਕੀ ਆ? ਮਾਸ ਇੱਕ ਭਾਂਡਾ ਹੀ ਹੈ। ਇਹ ਭਾਂਡਾ ਹੀ ਹੈ ਜਿਹਨੂੰ ਮਹਾਰਾਜ ਨੇ ਕਿਹਾ ਬਾਹਰੋਂ ਤਾਂ ਧੋ ਲਿਆ, ਅੰਦਰੋਂ ਕਿਵੇਂ ਧੋਏਗਾ? ਆ ਜਿਹੜਾ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਹੈ ਕੋ ਜਾਓ। ਭਾਂਡਾ ਆਤਮਲੀਨ, ਗੁਰਬਾਣੀ ਵਿੱਚ ਬਚਨ ਆਉਂਦੇ ਆ। ਉਹ ਕਿਹੜੇ ਭਾਂਡੇ ਦੀ ਗੱਲ ਕੀਤੀ? ਆ ਸਰੀਰ ਰੂਪੀ ਭਾਂਡੇ ਦੀ। ਇਹ ਬਾਹਰੋਂ ਤਾਂ ਸਵੱਛ ਹੋ ਗਿਆ, ਅੰਦਰੋਂ ਹੁਣ ਇਸਤਰੀ ਪੁਰਸ਼ ਕੌਣ ਹੈ? ਇਹ ਵੀ ਆਪਾਂ ਸਮਝ ਕੇ ਚੱਲੀਏ। ਇਸਤਰੀ ਕੌਣ ਹੈ? ਅੱਜ ਦਾ ਹੁਕਮ ਪੜਿਆ ਤੁਸੀਂ ਬੋਰਡ ਤੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ। ਮਹਾਰਾਜ ਕਹਿੰਦੇ ਮਨ ਰੇ ਕੌਣ ਕੋ ਮਤ ਤੈ ਲੀਨੀ। ਕੋ ਮਤ ਕੀ ਹੈ? ਇਸਤਰੀ। ਤੇ ਮਨ ਕੀ ਹੈ? ਪੁਰਸ਼। ਕੋ ਮਤ ਭੈੜੀ ਮਤ ਨੇ ਤੇ ਮਨ ਨੇ ਜਦੋਂ ਸੰਜੋਗ ਬਣਾਇਆ ਤੇ ਕੀ ਪੈਦਾ ਹੋਇਆ? ਅੱਗੋਂ ਫਿਰ ਵਿਕਾਰ ਹੀ ਪੈਦਾ ਹੋਣੇ ਨੇ, ਅੱਗੋਂ ਫਿਰ ਜਨਮ ਵਿਕਾਰਾਂ ਨਹੀਂ ਲੈਣਾ। ਕਿਉਂਕਿ ਆ ਇਸਤਰੀ ਤੇ ਪੁਰਸ਼ ਨੇ ਮਿਲ ਕੇ ਮੰਦ ਕਮਾਇਆ ਹੈ। ਮੰਦ ਕੀ ਕਮਾਇਆ? ਮਨ ਰੇ ਕੌਣ ਕੋ ਮਤ ਤੈ ਲੀਨੀ। ਪਲ ਧਾਰਾ, ਇਹ ਮੰਦ ਹੀ ਹੈ।
ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀ ਨਹੀਂ, ਤੂੰ ਇੰਨਾ ਮੰਦ ਕਰਮ ਕੀਤਾ ਕਿ ਤੂੰ ਪਰ ਦਾਰਾ ਪਰਾਈ ਇਸਤਰੀ ਦੀ ਵਾਸ਼ਨਾਮਾ ਮਨ 'ਚ ਰੱਖ ਕੇ ਬੈਠਾ ਹੋਇਆ ਹੈ। ਪਰਾਇਆ ਰੂਪ ਜਿਹੜਾ ਮਹਾਰਾਜ ਨੇ ਕਿਹਾ ਸੀ ਪਰਤਰਿਆ ਰੂਪ ਨਾ ਵੇਖਿਆ ਨੇਤਰ, ਤੇ ਤੂੰ ਮੰਦ ਕੀ ਕਮਾ ਰਿਹਾ ਹੈ। ਪਰ ਦਾਰਾ ਨਿੰਦਿਆ ਦੂਜਿਆਂ ਦੀ ਨਿੰਦਾ ਕਰ ਰਿਹਾ, ਬੁਰਾਈ ਕਰ ਰਿਹਾ, ਇਹ ਵੀ ਤਾਂ ਮੰਦਾ ਕਰਮ ਹੈ। ਪਰ ਨਿੰਦਾ ਰਸ ਰਚਿਓ, ਆਹ ਰਸ ਵਿੱਚ ਰਚਿਆ ਪਿਆ ਹੈ, ਪਰ ਚੰਗਾ ਕੰਮ ਨਹੀਂ ਤੁਸੀਂ ਦੋਵਾਂ ਨੇ ਰਲ ਕੇ ਕੀਤਾ। ਕੋ ਮਤ ਭੈੜੀ ਮਤ ਨੇ ਤੇ ਮਨ ਨੇ ਰਲ ਕੇ ਚੰਗਾ ਕੰਮ ਨਹੀਂ ਕੀਤਾ। ਚੰਗਾ ਕੀ ਸੀ, ਰਾਮ ਭਗਤ ਨੇ ਕੀ ਨਹੀਂ, ਤੂੰ ਰੱਬ ਦੀ ਭਗਤੀ ਕੀ ਨਹੀਂ ਕੀਤੀ। ਹੁਣ ਕੀ ਹੋਇਆ, ਕਹਿੰਦੇ ਫਿਰ ਅੱਗੋਂ ਵਿਕਾਰ ਹੀ ਜੰਮੇ, ਵਿਕਾਰਾਂ ਦਾ ਹੀ ਜਨਮ ਹੋਇਆ। ਇਹ ਭਾਂਡਾ ਫਿਰ ਵਿਕਾਰਾਂ ਨਾਲ ਹੀ ਭਰ ਗਿਆ, ਇਹ ਮਾਸ ਜਿਹੜਾ ਸੀ ਕਹਿੰਦੇ ਵਿਕਾਰਾਂ ਨਾਲ ਭਰ ਗਿਆ। ਹੋਰ ਵੀ ਬਚਨ ਨੇ, ਇਹਨੂੰ ਆਪਾਂ ਹੋਰ ਖੋਲਣ ਦਾ ਯਤਨ ਕਰੀਏ, ਜਿਹਦੇ ਵਿੱਚ ਆਖਿਆ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇਗਾ ਜਾਇਆ। ਹੁਣ ਉੱਥੇ ਮਾਂ ਕੌਣ ਹੈ ਤੇ ਪਿਤਾ ਕੌਣ ਹੈ, ਉਹ ਵੀ ਅੰਦਰ ਦੀ ਖੇਡ ਹੈ। ਉਹਦੇ ਵਿੱਚੋਂ ਗੋਲੇ ਨੇ ਜਨਮ ਲਿਆ, ਕਿਉਂਕਿ ਉੱਥੇ ਜੋ ਇਸਤਰੀ ਔਰ ਪੁਰਸ਼ ਦੇ ਰੂਪ ਵਿੱਚ ਮਾਂ ਲਾਲੀ ਪਿਓ ਲਾਲਾ ਮੇਰਾ ਸੀ, ਉਹਨੇ ਮੰਦ ਕਰਮ ਨਹੀਂ, ਉਹਨੇ ਚੰਗਾ ਕਰਮ ਕੀਤਾ ਤੇ ਗੋਲਾ ਪੈਦਾ ਹੋ ਗਿਆ। ਤੇ ਜਿਨ੍ਹਾਂ ਨੇ ਮੰਦ ਕੁਮਤ ਚੰਗੀ ਮਤ ਸੁਮਤ ਲੈ ਕੇ ਜਦੋਂ ਕਰਮ ਕੀਤਾ ਤੇ ਗੋਲਾ ਬਣ ਗਿਆ, ਜਦੋਂ ਕੁਮਤ ਲੈ ਕੇ ਚੱਲਿਆ ਤੇ ਵਿਕਾਰ ਪੈਦਾ ਹੋ ਗਏ ਅੰਦਰ। ਇਸ ਲਈ ਮਹਾਰਾਜ ਨੇ ਆਖਿਆ ਦੇਖੋ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੇ ਕੇ ਭਾਂਡੇ, ਆਪਾਂ ਸਾਰੇ ਹੀ ਮਾਸ ਦੇ ਭਾਂਡੇ ਹਾਂ। ਗਿਆਨ ਧਿਆਨ ਕਸ ਸੂਝੈ ਨਾਹੀ ਚਤੁਰ ਕਹਾਵੈ ਪਾਂਡੇ। ਇਹ ਭਾਂਡੇ, ਕਿਉਂਕਿ ਜਿੰਨੇ ਬੈਠੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ, ਇਹ ਭਾਂਡੇ ਗਿਆਨ ਨਾ ਹੋਣ ਕਰਕੇ ਧਿਆਨ ਦੀ ਸੋਝੀ ਨਹੀਂ ਹੈ। ਧਿਆਨ ਦੀ ਸੋਝੀ ਨਾ ਹੋਣ ਕਰਕੇ ਤੂੰ ਚਤੁਰ ਕਹਾ ਰਿਹਾ ਆਪਣੇ ਆਪ ਨੂੰ, ਤੂੰ ਆਪਣੇ ਆਪ ਨੂੰ ਸਿਆਣਾ ਕਹਾ ਰਿਹਾ ਹੈ। ਕਿਉਂਕਿ ਆ ਜਿਹੜੇ ਤਮਾਮ ਲੋਕ ਤੁਹਾਡੀਆਂ ਗੱਲਾਂ ਵਿੱਚ ਆਏ ਹੋਏ ਨੇ ਨਾ, ਇਹਨਾਂ ਨੂੰ ਗਿਆਨ ਤੇ ਧਿਆਨ ਦੀ ਸੋਝੀ ਕੋਈ ਨਹੀਂ ਹੈ। ਇਸ ਲਈ ਤੁਸੀਂ ਆਪਣੇ ਆਪ ਨੂੰ ਚਤੁਰ ਤੇ ਸਿਆਣੇ ਬਣ ਕੇ ਬੈਠੇ ਹੋ। ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਮਾਸ ਅੱਜ ਸੰਸਾਰ ਭਰ ਦੇ ਵਿੱਚ ਆ ਗੱਲ ਸਮਝ ਲੈਣੀ ਚਾਹੀਦੀ ਹੈ। ਕਿਉਂਕਿ ਸਾਨੂੰ ਜਦੋਂ ਰਹਿਤਵਾਨ ਸਿੱਖ ਬਣਾਇਆ ਨਾ, ਰਹਿਤਵਾਨ, ਤੇ ਸਾਨੂੰ ਇੱਕ ਗੱਲ ਸਮਝਾਈ ਸੀ ਕਿ ਪਰ ਬੇਟੀ ਕੋ ਬੇਟੀ ਜਾਣੇ। ਸਾਨੂੰ ਇੱਕ ਗੱਲ ਸਮਝਾਈ ਸੀ ਕਿ ਆਪਣੇ ਬਰਾਬਰਤਾ ਵਾਲੀ ਨੂੰ ਭੈਣ ਕਰਕੇ ਜਾਣਨਾ ਹੈ, ਆਪਣੀ ਨੂੰ ਵੱਡੀ ਤੋਂ ਮਾਂ ਕਰਕੇ ਜਾਣਨਾ ਹੈ। ਇਸ ਲਈ ਘਰ ਦੇ ਵਿੱਚ ਜੋ ਇਸਤਰੀ ਆ ਉਹਨੂੰ ਇਸਤਰੀ ਕਰਕੇ ਜਾਣਨਾ ਹੈ। ਪਰ ਹੋਇਆ ਕੀ ਹੈ, ਅਸੀਂ ਤਾਂ ਉਹ ਜਿਵੇਂ ਕਹਿ ਲਓ ਕਿ ਕੁਚੱਜਾ ਜੀਵਨ ਹੈ ਸਾਡਾ, ਜੀਵਨ ਦਾ ਚੱਜ ਹੀ ਕੋਈ ਨਹੀਂ ਹੈ। ਅਸੀਂ ਘਰ ਦੇ ਮਾਸ ਨੂੰ ਛੱਡ ਕੇ ਬਾਹਰ ਦੇ ਮਾਸ ਮਗਰ ਤੁਰੇ ਫਿਰਦੇ ਹਾਂ। ਤੇ ਕੀ ਚੰਗਾ ਕੰਮ ਕਰ ਰਹੇ ਹਾਂ? ਨਹੀਂ, ਮੰਦ ਕਮਾ ਰਹੇ ਹਾਂ। ਅਸੀਂ ਮੰਦ ਕਰਮ ਜਿਹੜੇ ਨੇ ਉਹ ਕਮਾ ਰਹੇ ਹਾਂ ਸੰਸਾਰ ਦੇ ਵਿੱਚ। ਤੇ ਇਹ ਗੁਰੂ ਨਾਨਕ ਸਾਹਿਬ ਨੇ ਤਾਂ ਗੱਲ ਕਦੋਂ ਦੀ ਕਹਿ ਦਿੱਤੀ। ਹੁਣ ਅਸੀਂ ਕੀ ਅਰਥ ਕਰਾਂਗੇ ਵੀ ਬਾਹਰੋਂ ਬਣਾ ਕੇ ਲਿਆਂਦਾ ਮਾਸ ਚੰਗਾ ਲੱਗਦਾ ਤੇ ਘਰ ਦਾ ਮੰਦਾ ਲੱਗਦਾ ਹੈ? ਨਹੀਂ, ਮਹਾਰਾਜ ਕਹਿੰਦੇ ਬਾਹਰੋਂ ਬਣਾ ਕੇ ਲਿਆਓ, ਉਹ ਮੰਦਾ ਹੈ, ਘਰ 'ਚ ਹੀ ਬੈਠ ਕੇ ਬਣਾ ਲਿਆ ਕਰੋ। ਇੱਕ ਗੱਲ ਹੋਰ ਹੱਥ ਜੋੜ ਕੇ ਬੇਨਤੀ ਕਰਦਾ ਚੱਲਾਂ ਕਿ ਚਲੋ ਜੇ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਕਿਹਾ ਮਾਸ ਖਾ ਲਿਆ ਕਰੋ, ਤੇ ਫਿਰ ਜਿਹੜੇ ਧਰਮ ਦੇ ਅਸਥਾਨ ਨੇ ਇਹਨਾਂ ਉੱਤੇ ਫਿਰ ਮਹਾਰਾਜ ਨੇ ਲੰਗਰ ਦੀ ਪ੍ਰਥਾ ਕਿਉਂ ਚਲਾਈ? ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਲੰਗਰ ਦੀ ਪ੍ਰਥਾ ਕਿਉਂ ਚਲਾ ਦਿੱਤੀ? ਫਿਰ ਮਾਸ ਦੇ ਪ੍ਰਥਾ ਚਲਾ ਦਿੰਦੇ ਮਹਾਰਾਜ। ਉਹ ਤਾਂ ਸਾਨੂੰ ਕੋਈ ਐਸਾ ਅਸਥਾਨ ਥਾਂ ਟਿਕਾਣਾ ਨਹੀਂ ਮਿਲਦਾ। ਇਸ ਲਈ ਗੁਰਬਾਣੀ ਨੂੰ ਸਮਝੋ, ਗੁਰਬਾਣੀ ਸਮਝਾ ਕੀ ਰਹੀ ਹੈ ਸਾਨੂੰ। ਅਸੀਂ ਹੋਰ ਫਜ਼ੂਲ ਦੀਆਂ ਗੱਲਾਂ ਵਿੱਚ ਹੀ ਉਲਝ ਕੇ ਸਮਾਂ ਗਵਾ ਰਹੇ ਹਾਂ ਆਪਣਾ। ਇੱਥੇ ਮਹਾਰਾਜ ਨੇ ਗੱਲ ਕੀਤੀ ਆ ਵੀ ਜਿਹੜਾ ਮਾਸ ਤੂੰ ਘਰ ਵਿਆਹ ਕੇ ਲਿਆਇਆ ਨਾ, ਉਹ ਚੰਗਾ ਹੈ। ਤੂੰ ਐਵੇਂ ਵਾਸ਼ਨਾਵਾਂ ਭੈੜੀਆਂ ਮਨ ਵਿੱਚ ਪੈਦਾ ਕਰਕੇ ਬਾਹਰ ਦੇ ਮਾਸ ਮਗਰ ਨਾ ਤੁਰਿਆ ਫਿਰ, ਕਿਉਂਕਿ ਉਹ ਤੇਰੇ ਅੰਦਰ ਮੰਦੀ ਵਾਸ਼ਨਾ ਪੈਦਾ ਕਰੇਗਾ। ਗੁਰੂ ਹਰਗੋਬਿੰਦ ਸਾਹਿਬ ਨੇ ਕੀ ਕਿਹਾ ਸੀ? ਸਾਹਿਬ ਨੇ ਕਿਹਾ ਸੀ ਇਸਤਰੀ ਈਮਾਨ ਹੈ, ਉਹ ਆਪਣਾ ਈਮਾਨ ਕਾਇਮ ਰੱਖ। ਪਰ ਜੇ ਤੂੰ ਬਾਹਰ ਭਟਕੇਗਾ ਫਿਰ ਮੰਦ ਕਰਮ ਹੀ ਜਿਹੜੇ ਆ ਉਹ ਤੂੰ ਕਮਾਏਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ, ਜੀ ਜੰਤ ਸਭ ਮਾਸੋਂ ਹੋਏ ਜੀ ਲਿਆ ਬਸੇਰਾ। ਸਭ ਕਹਿੰਦੇ ਜੀ ਜੰਤ, ਜੀਆ ਜੰਤ, ਜੱਜੇ ਨੂੰ ਬਿਹਾਰੀ ਨਾਲ ਐੜਾ ਬਹੁ ਵਚਨ। ਕਹਿੰਦੇ ਆ ਜਿੰਨੇ ਵੀ ਜੀਆ ਜੰਤ ਨੇ ਇਹ ਸਾਰੇ ਦੇ ਸਾਰੇ ਹੀ ਮਾਸੋਂ ਹੋਏ, ਇਹ ਮਾਸ ਤੋਂ ਹੀ ਪੈਦਾ ਹੋਏ ਨੇ। ਜੇ ਆਪਾਂ ਕਿਸੇ ਪੰਛੀ ਨੂੰ ਵੇਖੀਏ ਉਹ ਵੀ ਤੇ ਮਾਸ ਦਾ ਹੀ ਬਣਿਆ। ਜੇ ਜਾਨਵਰ ਦੇਖ ਲਓ ਉਹ ਵੀ ਮਾਸ ਦਾ ਹੀ ਬਣਿਆ, ਪਸ਼ੂ ਵੇਖ ਲਓ ਉਹ ਵੀ ਮਾਸ ਦਾ ਹੀ ਬਣਿਆ, ਤੇ ਅਸੀਂ ਵੀ ਮਾਸ ਦਾ ਹੀ ਬਣਿਆ। ਇਹ ਸਾਰੀ ਖੇਡ ਪਰਮੇਸ਼ਵਰ ਨੇ ਮਾਸ ਤੋਂ ਹੀ ਬਣਾਈ ਹੈ। ਭਖ ਪਖ ਹੈ ਭਖ ਧਜ ਸੋਢ ਹੈ ਅੰਧ ਗੁਰੂ ਜਨ ਕੇਰਾ। ਜਿਨ੍ਹਾਂ ਦਾ ਗੁਰੂ ਅੰਧਾ ਹੁੰਦਾ ਹੈ, ਅਗਿਆਨਤਾ ਵਿੱਚ ਫਸਿਆ ਹੁੰਦਾ ਹੈ, ਗੁਰੂ ਜਿਨ੍ਹਾਂ ਕਾ ਅੰਧਲਾ। ਤਾਂ ਹੀ ਤੇ ਕਬੀਰ ਜੀ ਨੇ ਆਖਿਆ ਸੀ ਮੈਂ ਐਸਾ ਗੁਰੂ ਹੈ ਨਾ, ਮੈਂ ਉਹਦੀ ਮੱਤ ਜਿਹੜੀ ਅੰਦਰ ਦੀ ਉਹਨੂੰ ਖਤਮ ਹੀ ਕਰ ਦਿਆਂ, ਤਾਂ ਕਿ ਐਸਾ ਗੁਰੂ ਕਿਤੇ ਹੋਰ ਅਧੂਰੀ ਸਿੱਖਿਆ ਹੀ ਨਾ ਕਿਸੇ ਨੂੰ ਦੇ ਸਕੇ। ਗੁਰੂ ਜਿਨ੍ਹਾਂ ਕਾ ਅੰਧਲਾ ਹੈ, ਜਾਂ ਜਿਸ ਗੁਰੂ ਨੂੰ ਮਿਲ ਕੇ ਭਰਮ ਹੀ ਅੰਦਰ ਦਾ ਨਾ ਜਾਏ, ਉਹਦੀ ਮਾਂ ਦਾ ਸਿਰ ਹੀ ਮੁੰਡ ਦਈਏ। ਮਾਂ ਦਾ ਅਰਥ ਉਹਦੀ ਮੱਤ ਜਿੱਥੋਂ ਇਹ ਭੈੜੀਆਂ ਵਿਚਾਰਾਂ ਪੈਦਾ ਹੁੰਦੀਆਂ ਨੇ ਉਹਨੂੰ ਖਤਮ ਹੀ ਕਰ ਦਈਏ। ਖੈਰ ਸ਼ਬਦ ਲੰਬੇਰਾ, ਆਪਾਂ ਇਹਨੂੰ ਸਮਝਣ ਦਾ ਯਤਨ ਕਰੀਏ। ਇੱਕ ਇੱਕ ਪੰਕਤੀ ਤੇ ਅਨੰਤ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਲਾ ਕੇ ਸਮਝਿਆ ਜਾ ਸਕਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ। ਸਾਹਿਬ ਜੀ ਕਹਿੰਦੇ ਦੇਖ ਅੰਧ ਗੁਰੂ ਜਿਨ ਕੇਰਾ, ਜਿਨ੍ਹਾਂ ਦਾ ਗੁਰੂ ਗਿਆਨ ਦੇਣ ਵਾਲਾ ਅੰਧਾ ਹੁੰਦਾ ਹੈ। ਅਪੱਖ ਪਖੈ ਭਖ ਤੱਜ ਛੋੜੈ। ਪੱਖ ਦਾ ਅਰਥ ਜੋ ਖਾਣ ਯੋਗ ਹੋਵੇ ਉਹਨੂੰ ਛੱਡ ਦਿੰਦੇ ਆ। ਅਪੱਖ ਦਾ ਅਰਥ ਹੁੰਦਾ ਜੋ ਨਾ ਖਾਣ ਯੋਗ ਹੋਵੇ ਉਹਨੂੰ ਉਹ ਖਾਂਦੇ ਆ। ਜੋ ਨਾ ਖਾਣ ਯੋਗ ਸੀ ਉਹ ਖਾ ਲਿਆ, ਤੇ ਜਿਹੜਾ ਖਾਣ ਦੇ ਯੋਗ ਸੀ ਉਹ ਛੱਡ ਦਿੱਤਾ। ਕਿਹਨਾਂ ਨੇ? ਜਿਨ੍ਹਾਂ ਦਾ ਗੁਰੂ ਅੰਧਾ ਹੈ, ਜਿਨ੍ਹਾਂ ਦਾ ਗੁਰੂ ਅਧੂਰਾ ਗਿਆਨ ਦੇਣ ਵਾਲਾ ਹੈ ਜੀ। ਮਸੋ ਨਿੰਮੇ ਮਸੋ ਜੰਮੇ ਹਮ ਮਾਸੇ ਕੇ ਭਾਂਡੇ। ਇਸ ਲਈ ਇਹ ਪੰਡਤ ਜੀ ਆਪਾਂ ਸਾਰੇ ਹੀ ਮਾਸ ਤੋਂ ਪੈਦਾ ਹੋਏ ਹਾਂ। ਇਹ ਮਾਸ ਵਾਲਾ ਹੀ ਸਾਡਾ ਇਹ ਜੀਵਨ ਸਾਨੂੰ ਮਿਲਿਆ ਹੈ। ਇਹ ਸਾਰੇ ਭਾਂਡੇ ਹੀ ਮਾਸ ਦੇ ਬਣੇ ਹਨ। ਗਿਆਨ ਧਿਆਨ ਕਸ ਸੂਝੈ ਨਾਹੀ ਚਤੁਰ ਕਹਾਵੈ ਪਾਂਡੇ। ਪਰ ਗੱਲ ਤੇ ਇਹ ਹੈ ਵੀ ਤੁਸੀਂ ਆਪਣੇ ਆਪ ਨੂੰ ਚਤੁਰ ਸਮਝਦੇ ਹੋ, ਸਿਆਣੀ ਸਮਝਦੇ ਹੋ ਵੀ ਸਾਨੂੰ ਬਹੁਤ ਵੱਡਾ ਗਿਆਨ ਹੈ। ਮਹਾਰਾਜ ਕਹਿੰਦੇ ਨਹੀਂ, ਗਿਆਨ ਧਿਆਨ ਕਛ ਸੂਝੈ ਨਾਹੀ, ਤੁਹਾਨੂੰ ਕੋਈ ਗਿਆਨ ਨਹੀਂ ਹੈ। ਤੁਹਾਨੂੰ ਧਿਆਨ ਦੀ ਤਾਂ ਸੋਝੀ ਹੋਈ ਨਹੀਂ, ਸਮਝ ਹੀ ਨਹੀਂ। ਇਸ ਲਈ ਤੁਸੀਂ ਐਵੇਂ ਹੀ ਆਪਣੇ ਆਪ ਨੂੰ ਚਤੁਰ ਕਹਾ ਰਹੇ ਹੋ। ਮਾਸ ਪੁਰਾਨੀ ਮਾਸ ਕਤੇਬੀ ਜੋ ਜੁਗ ਮਾਸ ਕਮਾਨਾ। ਸਭ ਕਹਿੰਦੇ ਜਿਹੜੇ ਪੁਰਾਣ ਪੜ੍ਹ ਰਹੇ ਆ, ਕਿਤਾਬਾਂ ਜਿਹੜੀਆਂ ਨੇ ਧਰਮ ਗ੍ਰੰਥ ਪੜ੍ਹ ਰਹੇ ਨੇ, ਯੁੱਗ ਹਰ ਸਮੇਂ ਦੇ ਵਿੱਚ ਚੌਂ ਯੁੱਗ ਹਰ ਸਮੇਂ ਦੇ ਵਿੱਚ ਜਿਹੜੇ ਪੜ੍ਹ ਰਹੇ ਆ ਉਹ ਕੌਣ ਨੇ? ਉਹ ਵੀ ਤਾਂ ਮਾਸ ਹੀ ਹੈ। ਜਿਨ੍ਹਾਂ ਨੇ ਵੇਦ ਪੜ੍ਹਿਆ ਉਹ ਵੀ ਮਾਸ ਨੇ, ਜਿਨ੍ਹਾਂ ਨੇ ਪੁਰਾਣ ਪੜ੍ਹਿਆ ਉਹ ਵੀ ਮਾਸ ਨੇ, ਜਿਹੜੇ ਧਰਮ ਦੇ ਗ੍ਰੰਥ ਪੜ੍ਹ ਰਹੇ ਆ ਉਹ ਵੀ ਮਾਸ। ਆਪਾਂ ਜਿੰਨੇ ਬੈਠੇ ਆਪਾਂ ਵੀ ਤਾਂ ਸਾਰੇ ਮਾਸ ਦੇ ਟੁਕੜੇ ਹੀ ਬੈਠੇ ਹੋਏ ਆ ਇੱਥੇ। ਇਸ ਲਈ ਮਹਾਰਾਜ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਹਨ, ਜਜ ਕਾਜ ਵਿਆਹ ਸੁਹਾਵੈ ਉਥੇ ਮਾਸ ਸਮਾਨਾ। ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਬਾਹਰ ਦੀਆਂ ਗੱਲਾਂ ਕਰਕੇ ਤੇ ਅੰਦਰ ਦੀ ਖੇਡ ਕੁਝ ਹੋਰ ਬਣਾ ਦਿੱਤੀ। ਸਾਹਿਬ ਜੀ ਕਹਿੰਦੇ ਜਦੋਂ ਆ ਵਿਆਹ ਸ਼ਾਦੀਆਂ ਦੇ ਕਾਰਜ ਆਉਂਦੇ ਆ ਉੱਥੇ ਕੀ ਸੀ? ਇੱਕ ਮਾਸ ਦੂਜੇ ਮਾਸ ਨੂੰ ਵਿਆਹ ਕੇ ਘਰ ਵਿੱਚ ਲਿਆਉਂਦਾ ਹੈ, ਪਰ ਤੁਸੀਂ ਨਾ ਸਮਝ ਹੋਣ ਕਰਕੇ ਬਾਹਰ ਦੇ ਜੀਆਂ ਦੀ ਹੱਤਿਆ ਕਰਕੇ ਤੇ ਮਾਸ ਵਰਤਾਉਣਾ ਸ਼ੁਰੂ ਕਰ ਦਿੱਤਾ। ਅੱਜ ਕੀ ਹੁੰਦਾ ਹੈ? ਜਿਸ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਉਂਦੇ ਨੇ, ਅਖੰਡ ਪਾਠ ਸਾਹਿਬ 3 ਦਿਨ ਪਾਠ ਨਿਰੰਤਰ ਲਗਾਤਾਰ ਚੱਲਦਾ ਹੈ, ਤੇ ਫਿਰ ਸਮਾਪਤੀ ਤੋਂ ਬਾਅਦ ਅਸੀਂ ਕਿਉਂ ਭੁੱਲ ਜਾਂਦੇ ਹਾਂ ਵੀ ਇਹ ਉਹੀ ਘਰ ਹੈ ਜਿੱਥੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਸੀ। ਥੋੜੇ ਸਾਜਾਂ ਹਾਲਾਂਕਿ ਘਰ ਤੋਂ ਗੁਰਦੁਆਰਾ ਸਾਹਿਬ ਤੱਕ ਗੁਰੂ ਸਾਹਿਬ ਪਹੁੰਚੇ ਨਹੀਂ ਹੁੰਦੇ, ਤੇ ਉਧਰੋਂ ਰੰਗ ਹੀ ਬਦਲ ਜਾਂਦਾ ਹੈ, ਉੱਥੇ ਸਿਸਟਮ ਹੀ ਬਦਲ ਜਾਂਦਾ ਹੈ।
ਉੱਥੇ ਕੀ ਹੁੰਦਾ ਹੈ, ਨਸ਼ੇ ਦੀਆਂ ਬੋਤਲਾਂ ਖੁੱਲ ਜਾਂਦੀਆਂ ਨੇ ਤੇ ਮਾਸ ਵਰਤਣਾ ਸ਼ੁਰੂ ਹੋ ਜਾਂਦਾ ਹੈ। ਕਿ ਉੱਥੇ ਪਰਮੇਸ਼ਵਰ ਦੀ ਬਖਸ਼ਿਸ਼ ਵਰਤੇਗੀ? ਕਿ ਉਸ ਘਰ ਵਿੱਚ ਬਰਕਤ ਤਾਂ ਰਹਿਣੀ ਨਹੀਂ ਦਿੱਤੀ ਅਸੀਂ ਤੇ ਮਿੰਟਾਂ ਸਕਿੰਟਾਂ 'ਚ ਹੀ ਉਹ ਫਾਰਮੈਲਿਟੀ ਸੀ ਪੂਰੀ ਕਰ ਲਈ। ਹੁਣ ਜਿੰਨਾ ਛੇਤੀ ਉਹ ਰਿਸ਼ਤੇਦਾਰ ਇੰਤਜ਼ਾਰ ਕਰਦੇ ਪਏ ਆ, ਅਸੀਂ ਆਪਣਾ ਵਰਤਾਰਾ ਵਰਤਾਉਣਾ ਹੈ, ਤੁਸੀਂ ਜਿੰਨਾ ਛੇਤੀ ਹੋ ਸਕੇ ਲੈ ਚਲੋ ਗੁਰੂ ਸਾਹਿਬ ਨੂੰ। ਫਿਰ ਉਸ ਘਰ ਵਿੱਚ ਖੁਸ਼ੀਆਂ ਕਿਵੇਂ ਆਉਣਗੀਆਂ, ਇਹ ਤੁਸੀਂ ਜਵਾਬ ਦੇਣਾ। ਅਸੀਂ ਇੱਕ ਘਰ ਵਿੱਚ ਦੋਵੇਂ ਚੀਜ਼ਾਂ ਲਿਆਉਣਾ ਚਾਹੁੰਦੇ ਹਾਂ ਕਿ ਦੋ ਕਿਸ਼ਤੀਆਂ ਤੇ ਪੈਰ ਰੱਖ ਕੇ ਸਵਾਰ ਹੋਇਆ ਜਾ ਸਕਦਾ ਹੈ। ਇੱਕ ਰਸਤਾ ਅੰਮ੍ਰਿਤਸਰ ਸਾਹਿਬ ਨੂੰ ਜਾਂਦਾ ਹੈ, ਇੱਕ ਦਿੱਲੀ ਨੂੰ ਜਾਂਦਾ ਹੈ, ਤੇ ਦੋਵੇਂ ਪੈਰ ਇੱਕ ਦਿੱਲੀ ਵਾਲੇ ਪਾਸੇ ਕਰ ਲਓ, ਇੱਕ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ, ਕਿ ਤੁਸੀਂ ਮੰਜ਼ਿਲ ਤੇ ਪਹੁੰਚ ਜਾਓਗੇ। ਨਹੀਂ ਚੱਲ ਸਕਦੇ ਜੇ ਦੋ ਰਾਹਾਂ ਤੇ ਤੁਰ ਕੇ ਨਹੀਂ ਪਹੁੰਚਿਆ ਜਾ ਸਕਦਾ, ਦੋ ਬੇੜੀਆਂ 'ਚ ਸਵਾਰ ਹੋ ਕੇ ਨਹੀਂ ਚੱਲਿਆ ਜਾ ਸਕਦਾ, ਫਿਰ ਇੱਕ ਘਰ 'ਚ ਦੋ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਕਿਵੇਂ ਬਣਾ ਲੈਂਦੇ ਹਾਂ? ਫਿਰ ਅਸੀਂ ਕਹਿੰਦੇ ਹਾਂ ਮਾਲਕ ਦੀਆਂ ਖੁਸ਼ੀਆਂ ਮਿਲ ਜਾਣ, ਕਿਵੇਂ ਮਿਲਣਗੀਆਂ ਸਾਨੂੰ? ਗੁਰੂ ਸਾਹਿਬ ਜੀ ਕਹਿੰਦੇ ਨੇ ਤੁਸੀਂ ਅਸਲ ਮਾਸ ਸਮਝਿਆ ਕੋਈ ਨਹੀਂ, ਪਰ ਜਦੋਂ ਆ ਵਿਆਹ ਸ਼ਾਦੀਆਂ ਦੇ ਘਰ ਵਿੱਚ ਪ੍ਰੋਗਰਾਮ ਹੁੰਦੇ ਆ ਤੇ ਮਾਸ ਤੁਸੀਂ ਬਾਹਰ ਦਾ ਲਿਆ ਕੇ ਵਰਤਾਉਂਦੇ ਹੋ। ਇਸਤਰੀ ਪੁਰਖ ਨਿਪਜਹਿ ਮਾਸੋ ਪਾਤ ਸਾ ਸੁਲਤਾਨਾ। ਕਹਿੰਦੇ ਨੇ ਜੋ ਇਸਤਰੀ ਔਰ ਪੁਰਖ ਹੈ ਨਿਪਜੈ ਇਹਦੇ ਵਿੱਚੋਂ ਦੀ ਜਿਹਨੇ ਜਨਮ ਲੈਣਾ ਹੈ ਮਾਸ ਦੇ ਰੂਪ ਵਿੱਚ, ਕੋਈ ਪਾਤਸ਼ਾਹ ਕਾ ਹੁੰਦਾ ਹੈ ਤੇ ਕੋਈ ਸੁਲਤਾਨ ਕਾ ਹੁੰਦਾ ਹੈ। ਹੁਣ ਧਿਆਨ ਰੱਖਿਓ, ਇਹ ਉਹ ਘਰ ਹੈ ਜੇ ਨਜ਼ਰ ਸਿੱਧੀ ਹੋ ਜਾਏ ਤੇ ਇੱਕ ਮਾਸ ਦਾ ਟੁਕੜਾ ਬਾਦਸ਼ਾਹ ਵੀ ਬਣ ਸਕਦਾ ਹੈ, ਪਾਤਸ਼ਾਹ ਵੀ ਬਣ ਸਕਦਾ ਹੈ, ਤੇ ਜੇ ਇਸੇ ਹੀ ਮਾਸ ਦੇ ਟੁਕੜੇ ਤੇ ਨਜ਼ਰ ਉਪੱਠੀ ਹੋ ਜਾਏ ਤੇ ਫਿਰ ਵੱਡੇ ਤੋਂ ਵੱਡਾ ਸੁਲਤਾਨ ਵੀ ਜਿਹੜਾ ਉਹ ਘਾਹ ਖੋਦਣ ਤੇ ਲਾ ਦਿੰਦਾ ਹੈ। ਨਜ਼ਰ ਉਪੱਠੀ ਜੇ ਕਰੇ, ਕਿਹਦੀ ਗੱਲ ਕਰ ਰਿਹਾ? ਆ ਮਾਸ ਦੇ ਟੁਕੜਿਆਂ ਦੀ ਗੱਲ ਕਰ ਰਿਹਾ। ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇਂਦਾ ਦਰ, ਮੰਗਣ ਭਿੱਖ ਨਾ ਪਾਇਂਦਾ। ਇੱਕ ਪਾਸੇ ਕਹਿੰਦੇ ਆ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਉਹ ਕਿਹਦੀ ਗੱਲ ਹੋ ਰਹੀ ਆ? ਆ ਮਾਸ ਦੇ ਟੁਕੜਿਆਂ ਦੀ ਗੱਲ ਹੋ ਰਹੀ ਹੈ। ਜਿਸ ਨੂੰ ਬਖਸ਼ਿਆ ਸਿਫਤ ਸਲਾਹ ਨਾਨਕ ਪਾਤਸ਼ਾਹੀ, ਪਾਤਸ਼ਾਹ ਮਾਰੇ ਕਹਿੰਦੇ ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ ਜਿਹਦੇ ਉੱਤੇ ਮਾਲਕ ਦੀ ਰਹਿਮਤ ਤੇ ਭਰੀ ਨਜ਼ਰ ਹੋ ਗਈ। ਜਿਹਨੂੰ ਸਿਫਤ ਸਲਾਹ ਬਖਸ਼ ਦਿੱਤੀ ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਇਸ ਲਈ ਮਹਾਰਾਜ ਨੇ ਆਖਿਆ ਕਿ ਆ ਜਿਹੜੇ ਇਸਤਰੀ ਤੇ ਪੁਰਖ, ਪਹਿਲਾਂ ਹੀ ਇਹਦੇ ਅਰਥ ਕੀਤੇ ਆ। ਪੁਰਖ ਮਨ ਹੈ, ਇਸਤਰੀ ਮਤ ਹੈ। ਜਦੋਂ ਇਹਦੇ ਵਿੱਚੋਂ ਸੇਵਕ ਪੈਦਾ ਹੋਏਗਾ, ਇਹਦੇ ਵਿੱਚੋਂ ਦੀ ਨਾਨਕ ਕਰਕੇ ਗੋਲਾ ਜਿਹੜਾ ਉਹ ਪੈਦਾ ਹੋਏਗਾ, ਫਿਰ ਮਹਾਰਾਜ ਕਹਿੰਦੇ ਨੇ ਇਹਦੇ ਵਿੱਚੋਂ ਦੀ ਕੀ ਨਿਕਲੇਗਾ? ਪਾਤਸ਼ਾਹ ਸੁਲਤਾਨ। ਫਿਰ ਉਹ ਸੁਲਤਾਨ ਪਾਤਸ਼ਾਹਾਂ ਦੇ ਪਾਤਸ਼ਾਹ ਅਖਾਉਂਦੇ ਹਨ। ਜੇ ਹੋਏ ਦਿਸ ਹੈ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ। ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਅੱਜ ਦੇ ਦਿਨ ਸੂਰਜ ਗ੍ਰਹਿਣ ਲੱਗਾ ਹੈ ਤੇ ਤੁਸੀਂ ਦਾਨ ਸਾਰਾ ਲਿਆ ਕੇ ਸਾਨੂੰ ਦਿਓ, ਤੇ ਮਹਾਰਾਜ ਕਹਿੰਦੇ ਫਿਰ ਜਿਹੜੇ ਨਰਕਾਂ ਦੇ ਭਾਗੀ ਨੇ ਉਹਨਾਂ ਕੋਲੋਂ ਦਾਨ ਕਿਉਂ ਲੈਂਦੇ ਹੋ? ਉਹਨਾਂ ਨੂੰ ਤੁਸੀਂ ਨਰਕ ਤੇ ਸਵਰਗ ਵਿੱਚ ਫਸਾ ਕੇ ਰੱਖ ਦਿੱਤਾ ਵੀ ਆਹ ਨਰਕ ਹੈ, ਆਹ ਸਵਰਗ ਹੈ, ਇਹਦੇ ਵਿੱਚ ਹੀ ਤੁਸੀਂ ਅੱਗੇ ਲੰਘਣ ਹੀ ਨਹੀਂ ਦਿੱਤਾ ਉਹਨਾਂ ਨੂੰ। ਤੇ ਫਿਰ ਜਿਹੜੇ ਨਰਕ ਜਾਣ ਵਾਲੇ ਨੇ, ਜਿਨ੍ਹਾਂ ਨੂੰ ਤੁਸੀਂ ਨਰਕਾਂ ਦੇ ਭਾਗੀ ਕਹਿੰਦੇ ਹੋ, ਫਿਰ ਉਹਨਾਂ ਕੋਲੋਂ ਦਾਨ ਵੀ ਨਾ ਲਿਆ ਕਰੋ, ਫਿਰ ਉਹਨਾਂ ਕੋਲੋਂ ਦਾਨ ਨਹੀਂ ਲੈਣਾ ਚਾਹੀਦਾ। ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਧਿਆਨ। ਮਾਰੇ ਕਹਿੰਦੇ ਇਹ ਧਿਕਾਣਾ, ਇਹ ਧੱਕਾ ਨਹੀਂ ਹੈ ਕਿ ਜਿਹੜੇ ਨਰਕ ਜਾਂਦੇ ਪਏ ਨੇ ਉਹ ਤੁਹਾਨੂੰ ਦਾਨ ਦੇ ਰਹੇ ਆ, ਤੁਸੀਂ ਕਹਿੰਦੇ ਤੁਹਾਡਾ ਜਿਹੜਾ ਦਾਨ ਹੈ ਸਵਰਗਾਂ ਨੂੰ ਪਹੁੰਚ ਗਿਆ, ਜਿਹੜਾ ਦੇਣ ਵਾਲਾ ਉਹ ਨਰਕਾਂ ਨੂੰ ਜਾ ਰਿਹਾ ਹੈ, ਤੇ ਜਿਹੜਾ ਦਾਨ ਦਿੱਤਾ ਉਹ ਸਵਰਗਾਂ ਨੂੰ ਜਾ ਰਿਹਾ ਹੈ। ਮਾਰੇ ਕਹਿੰਦੇ ਇਹ ਧੱਕਾ ਨਾ ਕਰਿਆ ਕਰੋ ਲੋਕਾਂ ਦੇ ਨਾਲ। ਜਾਂ ਤੇ ਜਿਹੜੇ ਨਰਕਾਂ ਦੇ ਭਾਗੀ ਨੇ ਉਹਨਾਂ ਕੋਲੋਂ ਦਾਨ ਲੈਣਾ ਛੱਡ ਦਿਓ, ਤੇ ਜਾਂ ਫਿਰ ਇਹ ਨਰਕ ਸਵਰਗ ਪਾਪ ਪੁੰਨ ਦੀ ਜਿਹੜੀ ਵਿਚਾਰ ਹੈ ਇਹਨਾਂ ਤੋਂ ਸੁਰਤ ਨੂੰ ਅੱਗੇ ਲੰਘ ਲੈਣ ਦਿਓ। ਗੁਰੂ ਸਾਹਿਬ ਜੀ ਨੇ ਆਖਿਆ ਦਿਨ ਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਧਿਕਾਣਾ। ਕਹਿੰਦੇ ਦੇਣ ਵਾਲਾ ਨਰਕਾਂ ਦਾ ਭਾਗੀ ਤੇ ਲੈਣ ਵਾਲਾ ਸਵਰਗਾਂ ਦਾ ਭਾਗੀ। ਜਿਹੜਾ ਨਰਕਾਂ ਦਾ ਭਾਗੀ ਹੈ ਉਹਦੇ ਕੋਲੋਂ ਜੇ ਕੋਈ ਦਾਨ ਲੈ ਰਿਹਾ ਤੇ ਉਹ ਵੀ ਤੇ ਨਰਕਾਂ ਦਾ ਭਾਗੀ ਬਣਿਆ, ਫਿਰ ਉਹ ਵੀ ਤੇ ਨਰਕਾਂ ਦਾ ਭਾਗੀ ਬਣੇਗਾ, ਕਿਉਂਕਿ ਅਸੀਂ ਲੈ ਉਹਦੇ ਕੋਲੋਂ ਰਹੇ ਹਾਂ ਜਿਹੜਾ ਨਰਕਾਂ ਦਾ ਭਾਗੀ ਹੈ। ਹੁਣ ਮਨਮੁਖ ਦੀ ਸੰਗਤ ਕਰਾਂਗੇ ਗੁਰਮੁਖ ਅਖਾਵਾਂਗੇ? ਨਹੀਂ, ਮਨਮੁਖ ਹੀ ਅਖਾਵਾਂਗੇ। ਜੇ ਕਿਸੇ ਅਸੀਂ ਵਿਕਾਰੀ ਦੀ ਸੰਗਤ ਕਰਾਂਗੇ ਤੇ ਕੀ ਅਖਾਵਾਂਗੇ? ਵਿਕਾਰੀ ਹੋਈ ਅਖਾਵਾਂਗੇ। ਭਾਵੇਂ ਅਸੀਂ ਨਹੀਂ ਵਿਕਾਰ ਕਰਦੇ ਪਰ ਸੰਗਤ ਕਰਨ ਨਾਲ ਵਿਕਾਰੀ ਅਖਾਵਾਂਗੇ। ਸਾਹਿਬ ਜੀ ਕਹਿੰਦੇ ਇਹ ਕਿੱਥੋਂ ਦਾ? ਤੁਸੀਂ ਤਾਂ ਧੱਕਾ ਕਰਦੇ ਹੋ ਲੋਕਾਂ ਦੇ ਨਾਲ। ਦੇਣ ਵਾਲਾ ਨਰਕ ਵਿੱਚ ਜਾਵੇ ਤੇ ਲੈਣ ਵਾਲਾ ਸਵਰਗ ਵਿੱਚ ਜਾਵੇ, ਇਹ ਲੋਕਾਂ ਦੇ ਨਾਲ ਧੱਕਾ ਹੈ ਜੀ। ਆਪ ਨਾ ਬੁਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ। ਦੇਖੋ ਕਿੰਨੀ ਹਿੰਮਤ ਦਿਖਾ ਰਹੇ ਆ ਮਹਾਰਾਜ। ਸਾਹਮਣੇ ਸਾਰੇ ਹੀ ਪੰਡਤ ਤੇ ਸੰਨਿਆਸੀ ਬੈਠੇ ਆ। ਮਹਾਰਾਜ ਕਹਿੰਦੇ ਪਾਂਡੇ ਖਰਾ ਸਿਆਣਾ, ਤੂੰ ਆਪਣੇ ਆਪ ਨੂੰ ਖਰਾ ਤੇ ਸਿਆਣਾ ਸਮਝਦਾ ਹੈ? ਨਹੀਂ, ਆਪ ਨਾ ਬੁਝੈ, ਤੈਨੂੰ ਆਪਣੇ ਆਪੇ ਦੀ ਸੋਝੀ ਹੋਈ ਕੋਈ ਨਹੀਂ ਹੈ, ਤੈਨੂੰ ਆਪਣੇ ਆਪੇ ਦਾ ਗਿਆਨ ਹੀ ਕੋਈ ਨਹੀਂ ਹੈ। ਲੋਕ ਬੁਝਾਏ, ਤੂੰ ਲੋਕਾਂ ਨੂੰ ਸੋਝੀ ਦੇ ਰਿਹਾ, ਲੋਕਾਂ ਨੂੰ ਸਮਝਾ ਰਿਹਾ। ਪਰ ਗੁਰਬਾਣੀ ਕੀ ਕਹਿੰਦੀ ਆ? ਗੁਰਬਾਣੀ ਕਹਿੰਦੀ ਆ ਪਹਿਲਾਂ ਆਪ ਸਮਝ ਫਿਰ ਦੂਜਿਆਂ ਨੂੰ ਸਮਝਾ। ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਮਾਰੇ ਕਹਿੰਦੇ ਲੋਕਾਂ ਨੂੰ ਉਪਦੇਸ਼ ਦੇਣਾ, ਆਪ ਤੂੰ ਉਸ ਰਾਹ ਤੁਰਦਾ ਕੋਈ ਨਹੀਂ ਪਿਆ। ਇਸ ਲਈ ਦੂਜਿਆਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਉਹਦੇ ਤੇ ਆਪ ਅਮਲ ਕਰ। ਇੱਥੇ ਮਹਾਰਾਜ ਨੇ ਆਖਿਆ ਆਪ ਨਾ ਬੁਝੈ, ਆਪ ਤੂੰ ਸਮਝਦਾ ਨਹੀਂ। ਲੋਕ ਬੁਝਾਏ, ਲੋਕਾਂ ਨੂੰ ਸਮਝਾਉਣਾ ਹੈ। ਪਾਂਡੇ ਖਰਾ ਸਿਆਣਾ, ਤੂੰ ਆਪਣੇ ਆਪ ਨੂੰ ਖਰਾ, ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਮਾਸੋ ਪੰਨਾ। ਇਹ ਪਾਂਡੇ ਤੂੰ ਜਾਣਦਾ ਹੀ ਨਹੀਂ ਹੈ, ਇਹ ਸਾਰੀ ਬਣਤਰ ਜਿਹੜੀ ਹੈ ਮਾਸ ਦੀ ਕਿੱਥੋਂ ਹੋਈ ਹੈ। ਤੋਇਓ ਅਨ ਕਮਾਦ ਕਪਾਹ ਤੋਇਓ ਤ੍ਰਿਪਵਨ ਗੰਨਾ। ਮਹਾਰਾਜ ਜੀ ਕਹਿੰਦੇ ਇਹ ਕਪਾਹ ਹੈ, ਕਮਾਦ ਹੈ, ਗੰਨਾ ਹੈ, ਇਹਦੇ ਵਿੱਚ ਰਸ ਜਿਹੜਾ ਭਰਦਾ ਹੈ ਉਹ ਕਿੱਥੋਂ ਆਉਂਦਾ ਹੈ? ਉਹ ਰਸ ਆਉਂਦਾ ਤੋ ਇਹਦਾ ਅਰਥ ਹੁੰਦਾ ਪਾਣੀ। ਕਹਿੰਦੇ ਇਹ ਹੁਣ ਜਿੰਨੀ ਬਨਸਪਤੀ ਹੈ ਇਹ ਸਾਰੀ ਦੀ ਸਾਰੀ ਕਿੱਥੋਂ ਹੈ? ਇਹ ਪਾਣੀ ਤੋਂ ਹੈ। ਜੇ ਪਾਣੀ ਨਹੀਂ ਤਾਂ ਜਲ ਬਿਨ ਕਾ ਉਹ ਜਿਹੜੀ ਖੇਤੀ ਆ ਉਹ ਸੁੱਕ ਜਾਂਦੀ ਹੈ। ਕਹਿੰਦੇ ਨੇ ਇਸੇ ਤਰ੍ਹਾਂ ਇਹ ਜਿਹੜਾ ਅੰਨ, ਕਮਾਦ, ਕਪਾਹ, ਗੰਨਾ, ਇਹ ਸਾਰੀ ਦਾ ਸਾਰਾ ਜਿਹੜਾ ਇਹ ਪਾਣੀ ਤੋਂ ਹੀ ਹੈ। ਜੇ ਪਾਣੀ ਨਹੀਂ ਹੈ ਤੇ ਫਿਰ ਅੰਨ ਨਹੀਂ ਹੈ, ਜੇ ਪਾਣੀ ਨਹੀਂ ਹੈ ਤਾਂ ਗੰਨਾ ਨਹੀਂ ਹੈ, ਜੇ ਪਾਣੀ ਨਹੀਂ ਤੇ ਕਪਾਹ ਨਹੀਂ ਹੈ, ਜੇ ਪਾਣੀ ਨਹੀਂ ਤੇ ਕਮਾਦ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਆ ਤ੍ਰਿਭਵਨ ਵਿੱਚ ਜਿਹੜੀ ਖੇਡ ਮਾਲਕ ਨੇ ਰਚੀ ਹੈ ਇਹ ਸਾਰੀ ਖੇਡ ਪਾਣੀ ਤੋਂ ਹੀ ਬਣਦੀ ਹੈ। ਤੋਆ ਆਖੇ ਹਉ ਬਹੁ ਵਿਦ ਹਸਾ ਤੋਏ ਬਹੁਤ ਵਿਕਾਰਾ। ਹੁਣ ਤੋਆ ਆਖੇ, ਤੋਆ ਮੈਨੇ ਪਾਣੀ ਆਖਦਾ, ਕਹਿੰਦਾ ਹਾਂ ਬਹੁਤ ਵਿਦ ਅੱਛਾ, ਮੈਂ ਤੇ ਸਾਰੇ ਤਰੀਕੇ ਤੋਂ ਅੱਛਾ। ਪਰ ਮਹਾਰਾਜ ਕਹਿੰਦੇ ਨਹੀਂ, ਇਹ ਪਾਣੀ ਮੈਲਾ, ਇਹ ਪਾਣੀ ਮੈਲਾ ਹੋ ਗਿਆ, ਇਹਦੇ ਵਿੱਚ ਵਿਕਾਰ ਪੈਦਾ ਹੋ ਗਏ ਨੇ। ਇੱਕ ਦੇਖੋ ਆ ਕਈ ਵਾਰ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਸਾਡੇ ਕੋਲ ਹੀ ਇੱਕ ਹੈ ਜਿਹਨੂੰ ਗੰਦਾ ਨਾਲਾ ਕਹਿੰਦੇ ਆ। ਨਾਲਾ ਤੇ ਪਹਿਲਾਂ ਸੀ ਪਰ ਉਹਨੂੰ ਗੰਦਾ ਨਹੀਂ ਸੀ ਕਹਿੰਦੇ। ਪਹਿਲਾਂ ਉਹਨੂੰ ਲੋਕ ਗੰਦਾ ਨਹੀਂ ਸੀ ਕਹਿੰਦੇ। ਲੋਕ ਤਾਂ ਪਾਣੀ ਭਰ ਕੇ ਘਰ ਲਿਆਉਂਦੇ ਸਨ, ਲੋਕ ਉੱਥੇ ਆਉਂਦੇ ਜਾਂਦੇ ਪਾਣੀ ਪੀ ਕੇ ਜਾਂਦੇ ਸਨ, ਲੋਕ ਉੱਥੇ ਨਹਾਉਣ ਲਈ ਜਾਂਦੇ ਸੀ ਤੇ ਘਰ ਭਰ ਕੇ ਲਿਆਉਂਦੇ ਸੀ। ਅੱਜ ਉੱਥੋਂ ਨੱਕ ਬੰਦ ਕਰਕੇ ਲੰਘਣਾ ਪੈਂਦਾ ਹੈ। ਹੁਣ ਉਹ ਪਾਣੀ ਨੂੰ ਗੰਦਾ ਕਿਹਨੇ ਕੀਤਾ? ਉੱਥੇ ਬੜਾ ਸਾਫ਼ ਸੁਥਰਾ ਸੀ, ਜਿਹਨੂੰ ਅਸੀਂ ਗੰਦਾ ਨਾਲਾ ਕਹਿ ਦਿੱਤਾ। ਉਹ ਨਾਲਾ ਤੇ ਸਾਫ਼ ਸੀ ਪਰ ਗੰਦਾ ਅਸੀਂ ਕਰ ਦਿੱਤਾ। ਕਿਉਂ? ਕਿਉਂਕਿ ਸਾਡੇ ਅੰਦਰ ਜਿਹੜੀ ਦਿਮਾਗ ਵਿੱਚ ਗੰਦਗੀ ਸੀ ਨਾ, ਮਨ ਮੈਲਾ ਹੋ ਗਿਆ, ਉਹਨੇ ਜਿਹੜੀ ਗੰਦਗੀ ਸੀ ਉਹਨੇ ਪਾਣੀ ਨੂੰ ਮੈਲਾ ਕਰ ਦਿੱਤਾ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਆ ਇਹ ਮਨੁੱਖਾ ਜਨਮ ਤੇ ਬੜਾ ਚੰਗਾ ਸੀ, ਇਨਸਾਨ ਤੇ ਬੜਾ ਚੰਗਾ ਸੀ, ਪਰ ਜਿੰਨਾ ਚੰਗਾ ਸੀ ਉਨਾ ਹੀ ਵਿਕਾਰੀ ਹੋ ਗਿਆ, ਉਨਾ ਹੀ ਅਵਗੁਣਾਂ ਨਾਲ, ਬੁਰਾਈਆਂ ਨਾਲ, ਗੰਦਗੀ ਨਾਲ ਭਰ ਗਿਆ। ਪਾਣੀ ਕਹਿੰਦਾ ਮੈਂ ਬਹੁਤ ਚੰਗਾ ਸੀ ਪਰ ਜਿੰਨੇ ਵੀ ਬਹੁਤ ਵਿਕਾਰਾ, ਇਹ ਸਾਰੇ ਦੇ ਸਾਰੇ ਵਿਕਾਰ ਜਿਹੜੇ ਨੇ ਇਹ ਲੱਗੇ ਹਨ। ਇਤੇ ਰਸ ਸੋਢ ਹੋਵੇ ਸੰਨਿਆਸੀ ਨਾਨਕ ਕਹੇ ਵਿਚਾਰਾ। ਮਹਾਰਾਜ ਜੀ ਨੇ ਆਖਿਆ
ਨਾਨਕ ਭਾਵ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਵਿਚਾਰਾ ਆ ਸਾਰੀ ਵਿਚਾਰ ਕਰਕੇ ਸਮਝਾ ਰਹੇ ਨੇ। ਸਾਹਿਬ ਜੀ ਕਹਿੰਦੇ ਨੇ ਹੇ ਪੰਡਤ ਹੇ ਸੰਨਿਆਸੀ, ਆ ਜਿਹੜੇ ਰਸ ਤੁਸੀਂ ਲੈ ਕੇ ਬੈਠੇ ਹੋ ਨਾ, ਜਿਨ੍ਹਾਂ ਨੇ ਤੁਹਾਨੂੰ ਅੰਦਰੋਂ ਮੈਲਾ ਕਰ ਦਿੱਤਾ, ਪੰਡਤ ਮੈਲਾ ਨਹੀਂ ਹੈ, ਹੁਣ ਧਿਆਨ ਦੇ ਕੇ ਸਮਝਿਓ। ਪੰਡਤ ਮੈਲਾ ਨਹੀਂ, ਸੰਨਿਆਸੀ ਮੈਲਾ ਨਹੀਂ, ਸਾਧੂ ਮੈਲਾ ਨਹੀਂ, ਬ੍ਰਹਮ ਗਿਆਨੀ ਮੈਲਾ ਨਹੀਂ, ਇਹ ਜਿੰਨੇ ਵੀ ਨੇ ਇਹ ਸਾਰੇ ਸਾਫ਼ ਸੁਥਰੇ ਉੱਚੇ ਸੁੱਚੇ ਜੀਵਨ ਵਾਲੇ ਨੇ, ਪਰ ਇਹਨਾਂ ਦੇ ਅੰਦਰ ਦੇ ਵਿਕਾਰ ਨੇ ਇਹਨਾਂ ਨੂੰ ਮੈਲਾ ਕਰ ਦਿੱਤਾ। ਹੁਣ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ, ਸਾਹਿਬ ਨੇ ਪ੍ਰਚਾਰਕ ਬਣਾਏ, 22 ਮੰਜੀਆਂ ਥਾਪ ਕੇ 22 ਰਾਜਾਂ ਵਿੱਚ ਪ੍ਰਚਾਰਕ ਭੇਜੇ, ਪਰ ਉਹ ਬੜੇ ਉੱਚੇ ਤੇ ਸੁੱਚੇ ਜੀਵਨ ਵਾਲੇ ਸਨ। ਪਰ ਹੋਇਆ ਕਿ ਅਗਾਂਹ ਜਾ ਕੇ ਮਸੰਦ ਮੈਲੇ ਹੋ ਗਏ, ਇੰਨੇ ਕੁ ਮੈਲੇ ਹੋ ਗਏ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਸੰਦ ਪ੍ਰਥਾ ਹੀ ਖਤਮ ਕਰਨੀ ਪੈ ਗਈ। ਕਿਉਂ? ਪਹਿਲਾਂ ਤੇ ਸਾਫ਼ ਸੁਥਰੇ ਸੀ। ਇਸੇ ਤਰ੍ਹਾਂ ਮਹਾਰਾਜ ਜੀ ਨੇ ਆਖਿਆ ਕਿ ਪਾਣੀ ਤਾਂ ਜਿਹੜਾ ਪਵਿੱਤਰ ਸੀ, ਮਾਤਾ ਪਿਤਾ ਦਾ ਮਿਲਾਪ ਤਾਂ ਚੰਗਾ ਸੀ, ਪਰ ਜਿਹੜਾ ਅੱਗੋਂ ਵਿਕਾਰ ਵਾਸ਼ਨਾਵਾਂ ਮੰਦੀਆਂ ਪੈਦਾ ਹੋ ਗਈਆਂ। ਇਸ ਲਈ ਸੰਨਿਆਸੀ ਪੰਡਤ ਲੋਕ ਜੀ ਇੱਥੇ ਰਸ ਛੋੜ ਹੋਵੋ ਸੰਨਿਆਸੀ, ਆਹ ਰਸ ਛੱਡ ਕੇ ਤਾਂ ਪੰਡਤ ਤੇ ਸੰਨਿਆਸੀ ਬਣ ਜਾਓ, ਤੁਹਾਡਾ ਜੀਵਨ ਇਹ ਲੇਖੇ ਵਿੱਚ ਲੱਗ ਜਾਏਗਾ। ਸ਼ਬਦ ਦੀ ਇੱਥੋਂ ਤੱਕ ਦੀ ਵਿਚਾਰ ਆਪ ਜੀ ਨੇ ਸਰਵਣ ਜੋ ਕੀਤੀ, ਗੁਰੂ ਸਾਹਿਬ ਨੇ ਜਿੰਨੀ ਕੁ ਮੱਤ ਦਿੱਤੀ ਉਸ ਅਨੁਸਾਰ ਗੁਰਬਾਣੀ ਦੀ ਰੋਸ਼ਨੀ ਵਿੱਚ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਹੈ। ਅੱਜ ਦਿੱਲੀ ਫਤਿਹ ਦਿਵਸ ਵੀ ਹੈ, ਸਮਾਂ ਭਾਵੇਂ ਸਮਾਪਤ ਹੋ ਗਿਆ, ਸ਼ਬਦ ਦੀ ਵਿਚਾਰ ਕਰਦਿਆਂ ਖਿਆਲ ਨਹੀਂ ਰਿਹਾ। ਦਿੱਲੀ ਫਤਿਹ ਦਿਵਸ ਹੈ। ਮਹਾਨ ਸੂਰਵੀਰ ਬਾਬਾ ਬਘੇਲ ਸਿੰਘ ਜੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆਂ, ਜੱਸਾ ਸਿੰਘ ਰਾਮਗੜੀਆ, ਇਹ ਮਿਸਲਾਂ ਸੀ ਉਸ ਵੇਲੇ, ਤੇ ਕਰੋੜੀਆਂ ਮਿਸਲਾਂ ਜਿਹੜੀ ਸੀ ਉਹਨਾਂ ਦੇ ਵਿੱਚੋਂ ਦੀ ਇਹਨਾਂ ਦੇ ਜਿਹੜੇ ਮੁਖੀ ਨੇ ਸਰਦਾਰ ਬਘੇਲ ਸਿੰਘ, ਜਿਸ ਵੇਲੇ 1783 ਦੇ ਵਿੱਚ ਚੰਡੀਗੜ੍ਹ ਤੋਂ ਅੰਬਾਲੇ ਤੋਂ ਹੁੰਦੇ ਹੋਏ ਕਰਨਾਲ ਤੱਕ ਇਹ ਸਾਰਾ ਹੀ ਜਿਹੜਾ ਅੱਗੇ ਇਲਾਕਾ ਹੈ ਇਹ ਜਿੱਤਦਿਆਂ ਹੋਇਆਂ ਦਿੱਲੀ ਪਹੁੰਚਦੇ ਆ। ਤੇ ਦਿੱਲੀ ਦੇ ਵਿੱਚ ਕਹਿੰਦੇ ਨੇ ਜਦੋਂ ਲਾਲ ਕਿਲੇ ਤੱਕ ਪਹੁੰਚਣਾ ਇਹਨਾਂ ਨੇ, ਉੱਥੇ ਸਿੱਖੀ ਦਾ ਨਿਸ਼ਾਨ ਜਿਹੜਾ ਉਹ ਚਲਾਉਣ ਵਾਸਤੇ, ਤੇ ਉਸ ਅੱਜ ਵੀ ਦੋ ਚੀਜ਼ਾਂ ਦਿੱਲੀ ਫਤਿਹ ਦੇ ਵਿੱਚ ਅੱਜ ਵੀ ਦੋ ਚੀਜ਼ਾਂ ਉੱਥੇ ਮੌਜੂਦ ਨੇ, ਇੱਕ ਹੈ ਮੋਰੀ ਗੇਟ ਔਰ ਇੱਕ ਜਿਹੜਾ ਉਹਨਾਂ ਨੇ ਉੱਥੋਂ ਦੀ ਸਿੱਲ ਜਿਹੜੀ ਲੈ ਕੇ ਆਉਣੀ ਕੀਤੀ, ਜਿਹੜੇ ਤਖਤ ਤੇ ਕਿਤੇ ਸ਼ਾਹ ਜਹਾਂ ਬੈਠਦਾ ਸੀ ਲਾਲ ਕਿਲੇ ਦੇ ਅੰਦਰ, ਜਿੱਥੇ ਕਿਤੇ ਕਦੇ ਔਰੰਗਜ਼ੇਬ ਬੈਠ ਕੇ ਹੁਕਮ ਚਲਾਇਆ ਕਰਦਾ ਸੀ, ਕਹਿਣ ਲੱਗੇ ਉਹ ਸਿੱਲ ਤਖਤ ਦੀ, ਕਿਉਂਕਿ ਜਦੋਂ ਅੰਦਰ ਫਤਿਹ ਉਹਨਾਂ ਨੇ ਪ੍ਰਾਪਤ ਕਰ ਲਈ ਨਾ, ਤੇ ਦਿੱਲੀ ਛੱਡ ਕੇ ਵੀ ਉਹਨਾਂ ਨੇ ਜਿੱਤ ਕੇ ਵੀ ਛੱਡ ਦਿੱਤੀ ਸੀ। ਕਿਉਂ? ਉਹਨਾਂ ਨੇ ਆਖਿਆ ਬਿੱਲੀ ਹੈ, ਅੱਜ ਮਾਰ ਲਓ ਕੱਲ ਮਾਰ ਲਓ, ਸਾਡੇ ਲਈ ਇਹ ਕੋਈ ਔਖੀ ਨਹੀਂ ਹੈ। ਦਿੱਲੀ ਤੇ ਬਿੱਲੀ ਵਿੱਚ ਆਖਿਆ ਕੋਈ ਫਰਕ ਨਹੀਂ ਹੈ। ਇੰਨੇ ਸੂਰਵੀਰ ਯੋਧੇ ਹੋਏ ਨੇ ਸਿੱਖ ਕੌਮ ਦੇ ਅੰਦਰ। ਹੁਣ ਜਿੱਥੋਂ ਲਾਲ ਕਿਲੇ ਦੇ ਵਿੱਚ ਪ੍ਰਵੇਸ਼ ਕਰਨਾ ਸੀ ਨਾ, ਉਹ ਦੀਵਾਰ ਜਿਹੜੀ ਸੀ ਉਹਦੇ ਵਿੱਚ ਸੰਨ ਲਾ ਕੇ ਮੋਰੀ ਕਰਕੇ ਉਹ ਜਦੋਂ ਅੰਦਰ ਆਉਂਦੇ ਆ ਕਹਿੰਦੇ ਨੇ ਉਹਦਾ ਉਹ ਗੇਟ ਬਣਾ ਦਿੱਤਾ, ਉਹ ਸਦਾ ਲਈ ਉਹਦਾ ਨਾਮ ਹੀ ਮੋਰੀ ਗੇਟ ਪੈ ਗਿਆ। ਅੱਜ ਵੀ ਤੁਸੀਂ ਜਾਓ ਤੇ ਉਹਦਾ ਨਾਮ ਹੀ ਮੋਰੀ ਗੇਟ ਹੈ। ਔਰ ਦੂਸਰਾ ਕਹਿਣ ਲੱਗੇ ਜਿੱਥੇ 30 ਹਜ਼ਾਰੀ, ਅੱਜ ਵੀ ਉੱਥੇ ਕੋਟ ਹੈ 30 ਹਜ਼ਾਰੀ ਦੇ ਨਾਮ ਤੇ, ਇਹ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆਂ, ਸਰਦਾਰ ਜੱਸਾ ਸਿੰਘ ਰਾਮਗੜੀਆ, ਇਹ ਜਦੋਂ ਇੱਥੇ 30,000 ਦੇ ਸਿੰਘ ਜਥੇ ਸਮੇਤ ਪਹੁੰਚੇ ਸਨ, ਜਦੋਂ 30,000 ਦੇ ਜਥੇ ਸਮੇਤ ਪਹੁੰਚੇ, ਇਹਦਾ ਨਾਮ ਹੀ ਸਦਾ ਵਾਸਤੇ 30 ਹਜ਼ਾਰੀ ਪੈ ਗਿਆ। ਅੱਜ ਵੀ ਦਿੱਲੀ 'ਚ ਜਾਓ ਉਹਦਾ ਨਾਮ 30 ਹਜ਼ਾਰੀ ਹੈ, ਇੱਕ ਦਾ ਨਾਮ ਮੋਰੀ ਗੇਟ ਹੈ। ਜਦੋਂ ਇਹ ਤਖਤ ਤੱਕ ਪਹੁੰਚੇ ਨਾ ਅੰਦਰ, ਤੇ ਜਾ ਕੇ ਜਦੋਂ ਨਿਸ਼ਾਨ ਇਹਨਾਂ ਨੇ ਚਲਾਇਆ ਹੈ, ਤੇ ਉਸ ਵੇਲੇ ਸਰਦਾਰ ਬਘੇਲ ਸਿੰਘ ਜੀ ਨੇ ਆਖਿਆ ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਨੂੰ, ਕਹਿਣ ਲੱਗੇ ਆ ਤਖਤ ਦੇ ਉੱਤੇ ਬੈਠੋ, ਇਹ ਤਖਤ ਤੁਹਾਡਾ ਹੈ। ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਨੇ ਹੱਥ ਜੋੜ ਕੇ ਆਖਿਆ ਨਹੀਂ, ਤਖਤਾਂ ਦਾ ਮਾਲਕ ਤੇ ਇੱਕੋ ਹੀ ਹੈ ਸਤਿਗੁਰੂ, ਤਖਤਾਂ ਦਾ ਮਾਲਕ ਸਤਿਗੁਰੂ ਹੈ, ਅਸੀਂ ਤਖਤਾਂ ਦੇ ਮਾਲਕ ਨਹੀਂ ਬਣ ਸਕਦੇ। ਉਹਨਾਂ ਆਖਿਆ ਫਿਰ ਕੀ ਕਰੀਏ? ਕਹਿੰਦੇ ਇੱਥੋਂ ਦੀ ਸਿੱਲ ਪੁੱਟ ਕੇ ਲੈ ਚਲੋ। ਉਹ ਤਖਤ ਦੀ ਜਿਹੜੀ ਸਿੱਲ ਸੀ ਨਾ, ਕਹਿੰਦੇ ਨੇ ਉਹ ਪੱਥਰ ਜਿਹੜਾ ਸੀ ਉਹਨੂੰ ਉੱਥੋਂ ਪੁੱਟ ਲਿਆ, ਤੇ ਉਹਨੂੰ ਲੈ ਕੇ ਕਿੱਥੇ ਆਏ? ਅੰਮ੍ਰਿਤਸਰ ਸਾਹਿਬ, ਜਿੱਥੇ ਰਾਮਗੜੀਆ ਬੁੰਗਾ ਹੈ, ਇੱਥੇ ਲਿਆ ਕੇ ਦੱਸ ਦਿੱਤਾ ਕਿ ਜੇ ਗੁਰੂ ਕਾ ਖਾਲਸਾ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਜਿੱਤ ਪ੍ਰਾਪਤ ਕਰਨ ਚੱਲੇ ਨਾ, ਤੇ ਉਹਦੇ ਰਾਹ ਵਿੱਚ ਕੋਈ ਰੁਕਾਵਟ ਕੋਈ ਔਂਕੜ ਨਹੀਂ ਆ ਸਕਦੀ, ਉਹ ਜਦੋਂ ਮਰਜ਼ੀ ਚਾਹੇ ਦਿੱਲੀ ਨੂੰ ਫਤਿਹ ਕਰ ਸਕਦਾ ਹੈ। ਔਰ ਕੀਤੀ ਵੀ ਹੈ। ਪਰ ਅੱਜ ਅਸੀਂ ਖਿੰਡ ਗਏ ਹਾਂ, ਅੱਜ ਅਸੀਂ ਕਮਜ਼ੋਰ ਹੋ ਗਏ ਹਾਂ। ਉਹਦਾ ਕਾਰਨ ਨਾ ਅਸੀਂ ਬਾਣੀ ਦੇ ਧਾਰਨੀ ਰਹੇ ਤੇ ਨਾ ਬਾਣੀ ਦੇ ਰਹੇ, ਅਸੀਂ ਬਾਹਰੋਂ ਵੀ ਕਮਜ਼ੋਰ ਤੇ ਅੰਦਰੋਂ ਵੀ ਅਸੀਂ ਕਮਜ਼ੋਰ ਹੋ ਗਏ ਹਾਂ। ਇਹ ਜਿਹੜੇ ਦਿਨ ਆਉਂਦੇ ਆ ਨਾ, ਇਹ ਸਾਨੂੰ ਸੁਚੇਤ ਕਰਦੇ ਆ, ਸਾਨੂੰ ਜਾਗਰਤਾ ਵੱਲ ਲਿਆਉਂਦੇ ਆ ਕਿ ਗੁਰੂ ਕੇ ਸਿੱਖੋ ਜਾਗੋ, ਕਿਹੜੀ ਕੌਮ ਵਿੱਚੋਂ ਤੁਹਾਡਾ ਜਨਮ ਹੋਇਆ ਹੈ। ਕਿ ਉਹ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਹੈ, ਜਿਹੜੀ ਢਹਿੰਦੀ ਕਲਾ 'ਚ ਨਹੀਂ ਚੜ੍ਹਦੀ ਕਲਾ ਵਿੱਚ ਸਦਾ ਰਹਿੰਦੀ ਹੈ। ਉਹਦੇ ਲਈ ਅਰਦਾਸ ਕਰੋ ਕਿ ਅਸੀਂ ਬਾਣੀ ਤੇ ਬਾਣੀ ਦੇ ਰੰਗ ਵਿੱਚ ਆਪ ਵੀ ਰੰਗੀਏ, ਤੇ ਦੂਸਰਿਆਂ ਨੂੰ ਵੀ ਆਪਾਂ ਪ੍ਰੇਰਿਤ ਕਰੀਏ, ਤਾਂ ਕਿ ਸੰਸਾਰ ਦੇ ਅੰਦਰ ਜੋ ਗੁਰੂ ਸਾਹਿਬ ਮਹਾਰਾਜ ਨੇ ਸਾਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਆ, ਤੇ ਸਾਡੇ ਜੀਵਨ ਅੰਦਰ ਸਦਾ ਚੜ੍ਹਦੀ ਕਲਾ ਵਾਲਾ ਜੀਵਨ ਬਣਿਆ ਰਹੇ। ਜਿੱਥੇ ਆਪ ਜੀ ਨੇ ਅੱਜ ਦੇ ਇਸ ਇਤਿਹਾਸ ਵਿੱਚੋਂ ਸ਼ਬਦ ਸੁਣਿਆ, ਵਿਚਾਰ ਸੁਣੀ, ਵਿਚਾਰਾਂ ਕਰਦਿਆਂ ਅਨੰਤ ਬੇਅੰਤ ਭੁੱਲਾਂ ਹੋ ਗਈਆਂ। ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।